बिस्मिल्लाहिर्रहमानिर्रहीम। नाज़रीन, मैं तेरा मेज़बान खालिद हुसैन KHN पंजाबी चैनल तुसीं देखदे हो, तुहाडीਆਂ ਮੁਹੱਬਤਾਂ ਦਾ बेहद शुक्रिया। नाज़रीन, पाकिस्तान ਦੇ ਵਿੱਚ ਕੋਈ ਸ਼ਹਿਰ ਹੋਵੇ, ਕੋਈ ਕਸਬਾ ਹੋਵੇ, ਕੋਈ ਵੀ ਜਗ੍ਹਾ ਹੋਵੇ, ਅਸੀਂ ਤੁਹਾਨੂੰ ਪੁਰਾਣਾ ਵਿਰਸਾ ਯਾਨੀ ਕਿ ਅੰਗਰੇਜ਼ ਦੌਰ ਦਾ, ਉਸ ਤੋਂ ਬਾਅਦ ਸਿੱਖ ਚਲੇ ਗਏ, ਉਹਨਾਂ ਦੇ ਮੰਦਰ, ਉਹਨਾਂ ਦੇ ਗੁਰਦੁਆਰੇ, ਹਿੰਦੂਆਂ ਦੇ ਮੰਦਰ, ਕੋਈ ਵੀ ਚੀਜ਼ ਹੋਵੇ ਵਿਰਸਾ ਪੁਰਾਣਾ, ਅਸੀਂ ਤੁਹਾਨੂੰ ਲਾਜ਼ਮੀ ਦਿਖਾਣੇ। ਅੱਜ ਸਾਡਾ ਪੜਾਅ ਜਿਹੜਾ ਅੱਜ ਉਕਾਂਹ ਵਾਲੇ ਬੰਗਲੇ ਦੇ ਵਿੱਚ ਪੈ ਗਿਆ। ਜਦੋਂ ਉਕਾਂਹ ਵਾਲੇ ਬੰਗਲੇ ਅੱਜ ਅਸੀਂ ਆਏ ਹਾਂ, ਉਹੀ ਇਮਾਰਤਾਂ ਯਾਨੀ ਕਿ ਗੋਰਾ 110 ਸਾਲ ਤਕਰੀਬਨ ਹੋ ਗਏ ਸਾਡੇ ਕੋਲ, ਸਾਡੇ ਤੇ ਬਹੁਤ ਅਰਸਾ ਉਹਨੇ ਹਕੂਮਤ ਕੀਤੀ, ਉਹ ਕਰਕੇ ਚਲਾ ਗਿਆ। ਇਹਨਾਂ ਬੰਗਲਿਆਂ ਦੇ ਵਿੱਚ ਇਹ ਕਰਦਾ ਕੀ ਸੀ, ਅੱਜ ਨਾਜ਼ਰੀਨ ਤੁਹਾਨੂੰ ਅਸੀਂ ਸਾਰਾ ਕੁਝ ਦੱਸਾਂਗੇ। ਬੜੇ ਬੜੇ ਬੰਗਲੇ ਤੁਹਾਨੂੰ ਦਿਖਾਏ, ਉਕਾਂਹ ਵਾਲਾ ਬੰਗਲਾ, ਸ਼ੇਰ ਵਾਲਾ ਬੰਗਲਾ, ਉਸ ਤੋਂ ਬਾਅਦ ਚੀਚਾ ਵਤਨੀ ਰੈਸਟ ਹਾਊਸ ਬੰਗਲਾ, ਉਸ ਤੋਂ ਬਾਅਦ ਆਕੜਾਂ ਵਾਲਾ ਬੰਗਲਾ, ਉਸ ਤੋਂ ਬਾਅਦ ਯਾਨੀ ਕਿ ਨਾਈ ਵਾਲਾ ਬੰਗਲਾ। ਇਹ ਬਹੁਤ ਸਾਰੇ ਅੱਜ ਤੁਹਾਨੂੰ ਬੰਗਲੇ ਅਸੀਂ ਦਿਖਾ ਚੁੱਕੇ ਹਾਂ। ਨਾਜ਼ਰੀਨ, ਅੱਜ ਵਾਰੀ ਆ ਗਈ ਸਾਡੀ ਤਹਿਸੀਲ ਚੀਚਾ ਵਤਨੀ ਦਾ ਉਕਾਂਹ ਵਾਲਾ ਬੰਗਲਾ, ਜਿਹੜਾ ਅੱਜ ਅਸੀਂ ਤੁਹਾਨੂੰ ਨਾਜ਼ਰੀਨ ਸਾਰਾ ਵਿਜ਼ਿਟ ਕਰਾਵਾਂਗੇ। ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਇਹ ਇਮਾਰਤ ਆ, ਲੇਕਿਨ ਇਹ ਇਮਾਰਤ ਪੁਰਾਣੀ ਸੀ, ਇਹਨੂੰ ਕਲੀ ਸ਼ਲੀ ਕਰਕੇ ਇਹਨੂੰ ਥੋੜਾ ਜਿਹਾ ਰੈਨੋਵੇਟ ਕੀਤਾ। ਲੇਕਿਨ ਹੁਣ ਮੇਰੇ ਨਾਲ ਉੱਥੋਂ ਦੇ ਇੱਕ ਮਕਾਮੀ ਆਦਮੀ, ਮਕਾਮੀ ਬਸ਼ਿੰਦੇ ਮੌਜੂਦ ਹੈ। ਅਸੀਂ ਇਹਨਾਂ ਦੇ ਨਾਲ ਅੱਜ ਪੰਜਾਬੀ ਦੇ ਵਿੱਚ ਗੱਲ ਕਰਾਂਗੇ ਕਿ ਇਹ ਭਾਈਜਾਨ ਜਿਹੜੇ ਬੰਗਲੇ ਬਣਦੇ ਸਨ, ਇਹ ਅੰਗਰੇਜ਼ ਕਿਉਂ ਬਣਾਉਂਦਾ ਸੀ, ਇਹਦਾ ਮਤਲਬ ਕੀ ਸੀ। ਉਸ ਤੋਂ ਬਾਅਦ ਇੱਥੇ ਬਹਿ ਕੇ ਇਹ ਸੁਣਿਆ ਕਿ ਨਹਿਰੀ ਨਿਜ਼ਾਮ ਔਰ ਨਹਿਰੀ ਨਿਜ਼ਾਮ ਨੂੰ ਹੀ ਆਰਗੇਨਾਈਜ਼ ਕਰਦਾ ਸੀ ਜਾਂ ਹੋਰ ਵੀ ਕੋਈ ਚੀਜ਼ਾਂ ਇੱਥੇ ਵਾਚ ਕਰਦਾ ਸੀ। ਉਸ ਤੋਂ ਬਾਅਦ ਇੱਕ ਬੰਗਲੇ ਜਾਂਦਾ ਸੀ, ਫਿਰ ਅੰਗਰੇਜ਼ ਆਪਣੇ ਲਸ਼ਕਰ ਕਾਰਵਾਂ ਘੋੜਿਆਂ ਦੇ ਨਾਲ ਦੂਸਰੇ ਬੰਗਲੇ ਚਲਾ ਜਾਂਦਾ ਸੀ। ਇਹ ਜਰਾ ਥੋੜਾ ਜਿਹਾ ਨਾਜ਼ਰੀਨ ਨੂੰ ਦੱਸੋ। ਇਹ ਨਾ ਜੀ ਅੰਗਰੇਜ਼ਾਂ ਨੇ ਬਣਾਏ ਸੀ ਬੰਗਲੇ ਆਵਾਮ ਦੀ ਖਿਦਮਤ ਵਾਸਤੇ, ਤਾਂ ਕਿ ਉਹਨਾਂ ਨੂੰ ਆਸਾਨੀ ਹੋਵੇ, ਉਹਨਾਂ ਦੇ ਮਾਮਲਾਤ ਉਹਨਾਂ ਦੇ ਇਲਾਕਿਆਂ 'ਚ ਹੀ ਹੱਲ ਹੋਣ। ਜਿਹੜਾ ਇਹ ਉਕਾਂਹ ਵਾਲਾ ਬੰਗਲਾ ਬਣਿਆ ਸੀ, ਇੱਥੇ ਰਹਿੰਦੇ ਸੀ, ਆਪਣਾ ਉਹਨਾਂ ਦਾ ਅਮਲਾ ਵੀ ਰਹਿੰਦਾ ਸੀ ਇੱਥੇ। ਮੁਤਲਕਾ ਕਿਸੇ ਜ਼ਿਮੀਂਦਾਰ ਵਗੈਰਾ ਨੂੰ ਕੋਈ ਕੰਮ ਹੁੰਦਾ ਸੀ, ਉਹ ਇੱਥੇ ਆ ਕੇ ਹੱਲ ਹੋ ਜਾਂਦਾ ਸੀ ਉਹਨਾਂ ਦਾ। ਇਸ ਤਰ੍ਹਾਂ ਤਹਿਸੀਲ ਚੀਚਾ ਵਤਨੀ ਤਕਰੀਬਨ ਕਮੋਬੇਸ਼ 10 ਬੰਗਲੇ ਬਣਾਏ ਸੀ ਉਹਨੇ ਹਰ ਜ਼ੋਨ ਦੇ ਵਿੱਚ। ਬਿਲਕੁਲ ਸਹੀ। ਕਿ ਉਹਨਾਂ ਦਾ ਮਸਲਾ ਉੱਥੇ ਹੀ ਹੱਲ ਹੋਵੇ। ਇਹਨਾਂ ਦਾ ਜਿਹੜੇ ਛੋਟੇ ਛੋਟੇ ਬੰਗਲੇ, ਇਹਨਾਂ ਦੇ ਉੱਤੇ ਇੱਕ ਅੰਗਰੇਜ਼ ਸੀ ਜਾਂ ਇਹਨਾਂ ਦੇ ਉੱਤੇ ਵੀ ਵੱਡਾ ਇੱਕ ਅੰਗਰੇਜ਼ ਕੋਈ ਹੈਡ ਸੀ ਇਹਨਾਂ ਦਾ? ਇਹਨਾਂ ਦਾ ਜਿਹੜਾ ਹੈਡ ਹੁੰਦਾ ਸੀ ਉਹ ਬਹਿੰਦਾ ਸੀ ਚੀਚਾ ਵਤਨੀ। ਯਾਨੀ ਕਿ ਆਪਾਂ ਮੈਂ ਅਕਸਰ ਜਿਹੜਾ ਚੀਚਾ ਵਤਨੀ ਨਾ ਜੀ, ਇੱਕ ਸਾਡੇ ਕੋਲ ਬੰਗਲਾ ਨਹਿਰ ਦੇ ਉੱਤੇ, ਉਹਨੂੰ ਮੈਂ ਹੈਡ ਯਾਨੀ ਕਿ ਨਾ ਜ਼ੋਨ ਸਬ ਡਿਵੀਜ਼ਨ, ਉਹਨੂੰ ਪਿਛਲੀ ਦਫਾ ਲੋਕਾਂ ਨੂੰ ਦਿਖਾਇਆ ਜੀ, ਲੋਕਾਂ ਨੇ ਬੜਾ ਦੇਖਿਆ ਸਬ ਡਿਵੀਜ਼ਨ, ਬਾਕੀ ਉਹ ਸਬ ਡਿਵੀਜ਼ਨ ਸੀ। ਹਾਂਜੀ, ਸਬ ਡਿਵੀਜ਼ਨ ਹੁਣ ਵੀ ਸਬ ਡਿਵੀਜ਼ਨ ਹੀ ਹੈ। ਅੱਛਾ, ਹੁਣ ਵੀ ਸਬ ਡਿਵੀਜ਼ਨ। ਇਹਨਾਂ ਬੰਗਲਿਆਂ ਦਾ ਯਾਨੀ ਕਿ ਜੇ ਅਗਰ ਲਿਖਤ ਪੜਤਾ ਇਹਨਾਂ ਬੰਗਲਿਆਂ ਦੀ ਉੱਥੇ ਜ਼ਿਆਦਾ। ਹਾਂਜੀ, ਉੱਥੇ ਮੇਨ ਦਫ਼ਤਰ। ਅੱਛਾ ਭਾਈ, ਇਹ ਜਿਹੜਾ ਬੰਗਲੇ ਆਓ ਨਾਲ ਆਪਾਂ ਦੱਸੀਏ ਨਾ। ਲੋ ਨਾਜ਼ਰੀਨ, ਤੁਹਾਨੂੰ ਹੁਣ ਜਿਹੜਾ ਅਸੀਂ ਵਿਜ਼ਿਟ ਕਰਾਉਣ ਲੱਗੇ ਜੀ। ਨਾਜ਼ਰੀਨ, ਹੁਣ ਤੁਹਾਨੂੰ ਜਿਹੜਾ ਨਾ ਬੰਗਲੇ ਦਾ ਥੋੜਾ ਜਿਹਾ ਸੀਨ ਦਿਖਾਣੇ ਜੀ। ਅੱਛਾ, ਇੱਥੇ ਭਜਨ ਇੱਥੇ ਬੈਠਦੇ ਸੀ ਕਰੇ ਅੰਗਰੇਜ਼। ਹਾਂਜੀ, ਐਸਾ ਯਾਨੀ ਕਿ ਇਹ ਰੈਸਟ ਹਾਊਸ ਸੀ, ਇੱਥੇ ਆਰਾਮ ਕਰਦੇ ਸੀ, ਇੱਥੇ ਆਰਾਮ ਕਰਦੇ ਸੀ। ਯਾਨੀ ਕਿ ਉਹ ਬੰਗਲਾ ਕਹਿੰਦੇ ਸੀ ਹੁੰਦਾ ਸੀ ਵੱਡਾ। ਹਾਂ, ਯਾਨੀ ਕਿ ਉਹ ਬੰਗਲਾ ਕਹਿੰਦੇ ਸੀ। ਆਪਾਂ ਹੁਣ ਰੈਸਟ ਹਾਊਸ ਦਾ, ਹਾਂਜੀ ਰੈਸਟ ਹਾਊਸ, ਆਪਾਂ ਰੈਸਟ ਹਾਊਸ ਕਹਿੰਦੇ ਕੌਣ ਦਾ ਰੈਸਟ ਹਾਊਸ ਹੈ ਇਹ ਵਾਲਾ ਰੈਸਟ ਹਾਊਸ। ਯਾਨੀ ਕਿ ਉਦੋਂ ਬੰਗਲਾ ਕਹਿੰਦੇ ਸੀ ਗੋਰੇ ਦੇ ਵਕਤ। ਬੰਗਲਾ ਸਾਰਾ ਬੰਗਲਾ ਹੀ ਤਕਰੀਬਨ ਇਹਦੇ ਮਰਬੇ ਚ ਬੰਗਲਾ ਉਕਾਂਹ। ਅੱਛਾ, ਜਿਹੜੇ ਬੰਗਲੇ ਨੇ ਭਾਈ, ਜਿੰਨੇ ਵੀ ਬੰਗਲੇ ਨੇ ਆਪਣੇ, ਮਤਲਬ ਅੱਜ ਦੇ ਬੰਗਲਿਆਂ ਦੇ ਮੈਂ ਨਾਮ ਦਿਖਾਏ, ਨਾਈ ਵਾਲਾ ਬੰਗਲਾ ਹੈ, ਉਸ ਤੋਂ ਬਾਅਦ ਸ਼ੇਰ ਵਾਲਾ ਬੰਗਲਾ ਹੈ, ਉਸ ਤੋਂ ਬਾਅਦ ਆਕੜਾ ਵਾਲਾ ਬੰਗਲਾ ਹੈ। ਇਹਦਾ ਰਕਬਾ ਕਾਫੀ ਸਾਰਾ ਹੈ, ਜਿਹਦਾ ਮੇਰੇ ਕੋਲ ਦਾਦਾ ਕੋਲ। ਇਹਦਾ ਰਕਬਾ ਕਿੰਨਾ ਹੁੰਦਾ ਸੀ? ਯਾਨੀ ਕਿ ਤਕਰੀਬਨ ਹਰ ਬੰਗਲੇ ਦਾ ਰਕਬਾ 12.5 ਏਕੜ ਹੈ। ਅੱਛਾ, ਇਹ ਕਿੰਨਾ ਬੰਗਲਾ? 12.5 ਏਕੜ ਹੈ। ਹਾਂ, ਯਾਨੀ ਕਿ ਅੱਧਾ ਬਰਾਬਰ। ਲੋ ਲਾਜ਼ਮੀ ਅੱਜ ਤੇਰੇ ਨਾਮ ਹੋ ਗਏ ਨੇ। ਠੀਕ ਹੈ, ਕੁਝ ਤਕਰੀਬਨ ਹੈਗੇ ਨੇ। ਮੈਂ ਉਹ ਨਾਮ ਹੋ ਕੇ ਭਜਨ ਦੇ ਅੰਦਰ ਉਕਾਂਹ ਵਾਲਾ ਬੰਗਲਾ ਜਿਹੜਾ ਇਹ ਵੀ ਸਰਕਾਰੀ ਇਮਾਰਤਾਂ ਇੱਥੇ ਬਣੀਆਂ ਨੇ ਕਾਫੀ ਸਾਰੀਆਂ। ਠੀਕ। 2 ਏਕੜ ਸਕੂਲ ਵੀ ਤੋਂ ਲੜਕੀਆਂ ਵਾਲੇ ਨੂੰ। ਅੱਛਾ, ਕਾਲਜ ਬਣਿਆ ਇਹਦੇ ਵਿੱਚ, ਪੈਟਰੋਲਿੰਗ ਵਾਲਾ ਚੌਕੀ ਵੀ ਬਣੀ ਹੈ ਇਹਦੇ ਵਿੱਚ। ਅੱਛਾ ਜੀ, ਇਸੇ ਬੰਗਲੇ ਦੇ ਥਾਣਾ ਵੀ ਇਹਦੇ ਵਿੱਚ ਹੀ ਬਣਿਆ ਜੀ, ਯਾਨੀ ਕਿ ਇਹਦੀ ਜਗ੍ਹਾ ਦੇ ਵਿੱਚ। ਅੱਛਾ ਜੀ, ਅਗਰ ਅੱਜ ਵੀ ਗਾਰਡਨ ਵਗੈਰਾ ਨੇ, ਉਦੋਂ ਜਿਹੜਾ ਗੋਰਾ ਹੈ 100 ਸਾਲ ਤੋਂ ਪਹਿਲੇ ਯਾਨੀ ਕਿ ਆਪਣੇ ਤੇ ਹੁਕੂਮਤ ਕਰਕੇ ਚਲਾ ਗਿਆ, ਇਹ ਬਰਸ ਗਏ ਤੇ ਇਹ ਆਇਆ ਕੋਈ ਉਦੋਂ ਦੀ ਗਾਰਡਨ? ਇਹ ਉਦੋਂ ਦੇ ਗਾਰਡਨ ਨੇ, ਉਹ ਤੋਂ ਪਹਿਲੇ ਦਿਨ ਨੇ। 110 ਸਾਲ ਹੋ ਗਏ। 110 ਸਾਲ ਹੋ ਗਏ। ਹਾਂਜੀ, ਤੇ ਇਹ ਜਿਹੜਾ ਆਪਾਂ ਆ ਜਿਹੜੀਆਂ ਕੁਰਸੀਆਂ ਬਣੀਆਂ, ਇਹ ਕਿੰਨੇ ਕਿਲੋ ਫੁੱਟ ਹੋਏ ਨੇ? ਤਕਰੀਬਨ ਆਪਾਂ ਹੁਣ ਕਹਿੰਦੇ ਆ 13 ਇੰਚ। ਹਾਂਜੀ, ਤਕਰੀਬਨ 13 ਇੰਚ ਜ਼ਿਆਦਾ ਹੀ ਹੈ, 15 ਇੰਚ ਹੈ। ਇਹ 15 ਇੰਚ। ਯਾਨੀ ਕਿ ਇਹ ਇਸ ਟਾਈਪ ਦਾ ਯਾਨੀ ਕਿ ਬਣਾਉਂਦੇ ਸੀ। ਇਹ ਅੱਜ ਵੀ ਨਾ ਚੋਂਦੀਆਂ ਨੇ ਬਾਰਿਸ਼ ਦੇ ਨਾਲ, ਨਾ ਤੂਫਾਨ ਦੇ ਵਿੱਚ, ਉਸੇ ਤਰ੍ਹਾਂ ਸਟਰਕਚਰ। ਅੱਛਾ, ਇਹ ਦਰਵਾਜ਼ੇ ਵੀ ਇਹ ਮਤਲਬ ਪਿਆਰ ਦੀ ਲੱਕੜ ਹੈ ਜਾਂ ਕਿਹੜੀ ਲੱਕੜ ਹੈ?
ਜਿਹੜਾ ਅੱਜ ਤੱਕ ਇਹਨੂੰ ਧੋਣੀ ਨਹੀਂ ਲੱਗਦੀ। ਤਕਰੀਬਨ ਉਦੋਂ ਦੇ ਦਰਵਾਜ਼ੇ ਨੇ ਕੋਈ ਮਸਲਾ ਨਹੀਂ ਬਣਿਆ ਇਹਨਾਂ ਦਰਵਾਜ਼ਿਆਂ ਦਾ। ਕੋਈ ਮਸਲਾ ਨਹੀਂ। ਇਹ ਜਿਹੜੀ ਕਿ ਬਿਆਰ ਦੇ ਨੇ ਮੇਰੇ ਖਿਆਲ। ਹਾਂਜੀ ਬਿਆਰ ਹਾਂਜੀ ਇਹ ਬਿਆਰ ਆ। ਹਾਂਜੀ ਆ ਦੇਖੋ ਨਾ 80 ਹਾਲ ਦੇ ਵਿੱਚ ਇਹਨੂੰ ਉਹਨਾਂ ਰੰਗ ਰੋਗਨ ਕਰ ਲਏ ਨੇ। ਲਓ ਜੀ ਨਾਲ ਦੇ ਅੱਜ ਤੁਹਾਨੂੰ ਬਰਾਂਡਾ ਦਿਖਾਇਆ ਜਾ ਰਿਹਾ ਜੀ। ਉਸੇ ਵਕਤਾਂ ਦੇ ਹੀ ਦੇਖੋ ਉਹਨਾਂ ਦੀ ਬਣਾਉਣ ਦੀ ਨਕਾਫਤ, ਉਹਨਾਂ ਦਾ ਬਣਾਉਣ ਦਾ ਤਰੀਕਾਕਾਰ, ਉਹਨਾਂ ਦਾ ਦੇਖੋ ਇਹ ਛੱਤ ਤੋਂ ਤੁਹਾਨੂੰ ਸਾਰਾ ਕੁਝ ਦਿਖਾਵੇ। ਅੱਜ ਵੀ ਤੂਫਾਨ ਆ ਜਾਵੇ ਜਾਂ ਬਾਰਿਸ਼ ਆ ਜਾਵੇ, ਕਦੀ ਵੀ ਇਹ ਚੋਣ ਦਾ ਕੋਈ ਦੂਰ ਤੱਕ 100 ਸਾਲ ਦੀ ਮਿਆਦ ਉਹਨਾਂ ਨੇ ਰੱਖੀ ਸੀ ਆਪਣੇ ਵਾਸਤੇ, ਜਿੰਕੇ ਅੱਗੇ ਉਹਨਾਂ ਨੇ ਇਸਤੇਮਾਲ ਕਰ ਰਹੇ। ਅੱਛਾ ਯਾਨੀ ਕਿ ਹੁਣ ਆਪਾਂ ਇਸਤੇਮਾਲ ਕਰ 100 ਸਾਲ ਯਾਨੀ ਕਿ ਜਿਹੜਾ ਬੰਗਲਾ ਬਣਾਉਂਦੇ ਸੀ ਹਾਂਜੀ ਤੇ 100 ਸਾਲ ਅੱਛਾ ਅੱਛਾ ਭਾਈ ਮੈਨੂੰ ਇਹ ਵੀ ਕੁਝ ਦੱਸੋ ਕਿ ਇਹ ਵੀ ਉਹਨਾਂ ਦਾ ਕਮਰਾ ਜੀ? ਇਹ ਰੈਸਟ ਆਪਣਾ ਹੈਗਾ ਵਾਸ਼ਰੂਮ ਰੱਖਿਆ ਸੀ। ਹਾਂਜੀ ਯਾਨੀ ਕਿ ਉਦੋਂ ਬਿਜਲੀਆਂ ਕੋਣੀ ਸੀ ਭਾਈ? ਬਿਜਲੀ ਕੋਣੀ ਸੀ ਨਾ। ਦੇਖੋ ਉਹਨਾਂ ਨੇ ਲਾਏ ਸੀ ਪੱਖੇ। ਅੱਛਾ ਜੀ। ਇੱਕ ਹੁੰਦਾ ਸੀ ਉਹ ਬਹਿਣ ਵਾਲਾ ਪੱਖਾ, ਜਦੋਂ ਬਹਿੰਦੇ ਸੀ ਥੱਲੇ ਨਾ ਅੰਗਰੇਜ਼ ਬੰਦਾ ਇੱਕ ਬਾਹਰ ਬੈਠਾ ਹੁੰਦਾ ਸੀ, ਪੱਖਾ ਚੱਲਦਾ ਰਹਿੰਦਾ ਸੀ, ਉਹਨਾਂ ਨੂੰ ਬਾਹਰ ਲਗਾਓ ਅੰਦਰ ਪੱਖਾ ਲਗਾਉਂਦੇ ਸੀ, ਉਹ ਹਿੱਲਦਾ ਰਹਿੰਦਾ ਸੀ। ਇਹ ਆਪਾਂ ਬੈਕ ਸਾਈਡ ਤੇ ਆ ਗਏ ਜੀ। ਇਹ ਬੈਕ ਸਾਈਡ ਹੈ। ਅੱਛਾ ਇੱਥੋਂ ਜਿਹੜਾ ਹੈ ਇਹ ਦਾ ਆਪਣਾ ਸਾਰਾ ਸਿਸਟਮ ਹੈ, ਇਹਦੇ ਬੈਠ ਕੇ ਇਧਰੋਂ ਸਾਰਾ ਦੇਖ ਕੇ ਇਹ ਜਿਹੜੀ ਕਿਸ ਚੀਜ਼ ਦੀ ਅਮਾਨਤ ਹੈ? ਇਹ ਕਿਚਨ ਸੀ ਜੀ। ਅੱਛਾ ਇੱਥੋਂ ਜਿਹੜਾ ਹੈ ਖਾਣੇ ਪਣ ਕੇ ਜਾਂਦੇ ਖਾਣੇ ਪੱਕਦੇ ਸੀ, ਇੱਥੇ ਅਫਸਰ ਹੁੰਦੇ ਸੀ, ਫਿਰ ਉਹ ਬਹਿੰਦੇ ਸੀ। ਅੱਛਾ ਜੀ। ਖਾਣੇ ਬਣ ਕੇ ਅੰਦਰ ਜਿਹੜੀ ਗਏ ਯਾਨੀ ਕਿ ਆਪਣੇ ਹੁਣ ਜਿਵੇਂ ਵਜ਼ੀਰ ਆ ਜਾਂਦਾ ਹੈ ਜਾਂ ਸਫੀਰ ਆ ਜਾਂਦਾ ਹੈ ਜਾਂ ਆਪਣੇ ਅਫਸਰਾਂ ਨੇ ਬਾਲਾ ਹੁੰਦੇ ਨੇ, ਉਹਨਾਂ ਨੂੰ ਯਾਨੀ ਕਿ ਆਪਾਂ ਖਾਣੇ ਪੇਸ਼ ਕਰਦੇ ਹਾਂ। ਉਦੋਂ ਯਾਨੀ ਕਿ ਇੱਥੇ ਖਾਣੇ ਬਣਦੇ ਸੀ, ਵਨ ਖਾਣੇ ਖਾਣਾ ਯਾਨੀ ਕਿ ਜਿਹੜਾ ਗੋਰੇ ਦੇ ਨਾਲ ਛੋਟੇ ਅਮਲਾ ਹੋਏ ਨੇ ਦਾਰੂ ਵੀ ਗੋਰੇ ਹੋਣੇ ਆ। ਇੱਕ ਵਗੈਰਾ ਹਰ ਚੀਜ਼ ਹੁੰਦੀ ਸੀ, ਯਾਨੀ ਕਿ ਉਹ ਇੱਥੇ ਤੋਂ ਉਹਨਾਂ ਨੇ ਯਾਨੀ ਕਿ ਤਾਇਨਾਤ ਸਾਰੇ ਮੁਲਾਜ਼ਮ ਹੁੰਦੇ ਸੀ। ਲਓ ਨਾਜ਼ਰੀਨ ਤੁਹਾਨੂੰ ਆਪ ਬਵਰਚੀ ਖਾਨਾ ਜਿਹੜੀ ਵੀ ਬੰਗਲੇ ਤੇ ਜਾਓਗੇ ਉਹਦਾ ਗੋਰੇ ਦਾ ਇੱਕ ਸਟਰਕਚਰ ਹੈਗਾ ਸੀ। ਸਟਰਕਚਰ ਤੋਂ ਮਰਾਦ ਇੱਕ ਉਹਨੇ ਬਕਾਇਦਾ ਇੱਕ ਜਿਹੜਾ ਬਵਰਚੀ ਖਾਨਾ, ਆਓ ਜੀ ਬਵਰਚੀ ਖਾਨਾ ਦਾ ਤੁਹਾਨੂੰ ਵਿਜ਼ਿਟ ਕਰਾਈਏ। ਇਹ ਜਿਹੜਾ ਹੈ ਬਵਰਚੀ ਖਾਨਾ, ਹਰ ਬੰਗਲੇ ਦੇ ਨਾਲ ਬੈਕ ਸਾਈਡ ਤੇ ਉਹਨੇ ਐਦਾਂ ਜਿਹੜਾ ਹੈ ਬਵਰਚੀ ਖਾਨਾ ਬਣਾਇਆ ਹੋਇਆ ਸੀ। ਔਰ ਜਿਹੜੇ ਕੁੱਕ ਨੇ ਉਦੋਂ ਵੀ ਹੁੰਦੇ ਸੀ, ਇਹ ਨਹੀਂ ਕਿ ਕੁੱਕ ਸਾਡੇ ਕੋਲ ਅੱਜ ਹੀ ਆਏ ਨੇ, ਉਦੋਂ ਵੀ ਕੁੱਕ ਹੁੰਦੇ ਸੀ, ਖਾਣੇ ਪਕਾਉਂਦੇ ਸੀ। ਉਹਨਾਂ ਨੂੰ ਆ ਦੇਖੋ ਅੱਜ ਛੱਤ ਦੇਖੋ, ਉਹ ਗੋਰਾ 110 ਸਾਲ ਸਾਡੇ ਕੋਲੋਂ ਜਾ ਚੁੱਕਿਆ, ਬਰਤਾਨੀਆ ਚਲਾ ਗਿਆ। ਆਓ ਜੀ ਅੰਦਰ ਦਾ ਥੋੜਾ ਵਿਜ਼ਿਟ ਕਰਾਈਏ। ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਜੀ। ਆ ਦੇਖੋ ਸੇਮ ਤੁਹਾਨੂੰ ਬੰਗਲਿਆਂ ਦੇ ਵਿੱਚ ਜਿਹੜੇ ਵੀ ਤੁਹਾਨੂੰ ਅਸਰ ਦਿਖਾਣੇ ਐਦਾਂ ਸਟਰਕਚਰ ਜੀ। ਇਹ ਦੇਖੋ ਮਤਲਬ ਇਹ ਜਿਹੜੀ ਇਹ ਮਤਲਬ ਇੱਥੋਂ ਜਿਹੜਾ ਹੈ ਇੱਥੇ ਖਾਣੇ ਵਗੈਰਾ ਬਣਦੇ, ਇਹਦਾ ਬਕਾਇਦਾ ਜਿਹੜਾ ਜੀ ਇਹਨਾਂ ਨੇ ਸਿਸਟਮ ਬਣਾਇਆ ਸੀ ਤਾਂ ਕਿ ਇਹਦੀ ਜਿਹੜੀ ਇਹ ਆਬੋ ਹਵਾ ਮਤਲਬ ਧੂਆਂ ਵਗੈਰਾ ਉੱਪਰ ਚਲੇ ਜਾਵੇ। ਇਸੇ ਤਰ੍ਹਾਂ ਹੀ ਇੱਥੋਂ ਖਾਣੇ ਬਣ ਕੇ ਬਕਾਇਦਾ ਰੈਸਟ ਹਾਊਸ ਦੇ ਵਿੱਚ ਉਹ ਬੈਠਦੇ ਸਨ, ਖਾਂਦੇ ਸਨ। ਜਿਵੇਂ ਸਾਡੇ ਅੱਜ ਸਫੀਰਾਂ ਨੂੰ ਅਸੀਂ ਡਿਨਰ ਦਿੰਦੇ ਆ, ਉਹਨਾਂ ਦੇ ਆਪਣੇ ਜਿਹੜੇ ਕਿ ਖਾਣੇ ਨਫਾਸਤ ਨਾਲ ਬਣਾ ਕੇ ਉਹਨਾਂ ਨੂੰ ਦਿੰਦੇ ਤਾਂ ਕਿ ਸਾਡੇ ਜਿਹੜੇ ਅਫਸਰ ਖਾਣ ਤੇ ਸਾਡੀ ਜਿਹੜੀ ਇਹ ਇੱਜ਼ਤ ਦੇ ਵਿੱਚ ਇਜ਼ਾਫਾ ਹੋਵੇ। ਇਹ ਉਦੋਂ ਵੀ ਨਿਜ਼ਾਮ ਹੈਗਾ ਸੀ, ਯਾਨੀ ਕਿ ਇਹ ਹੁਣ ਹੀ ਨਹੀਂ ਹੈਗਾ। ਲੋ ਲਾਗੇ ਹੁਣ ਇਹ ਭਾਈ ਕੀ ਇਹ ਦਫ਼ਤਰ ਸੀ, ਇਹ ਦਫ਼ਤਰ ਸੀ ਯਾਨੀ ਕਿ ਇਹ ਦਫ਼ਤਰ ਦੇ ਉੱਤੇ ਇਸਤੇਮਾਲ ਕੀਤਾ ਜਾਂਦਾ ਸੀ। ਹਾਂਜੀ ਦਫ਼ਤਰ ਹੁਣ ਤੱਕ ਇਸਤੇਮਾਲ ਹੁੰਦਾ ਰਿਹਾ ਵਾ। ਹੁਣ ਅੱਛਾ ਇਹ ਯਾਨੀ ਕਿ ਆਪਣੇ ਕੋਲ ਅਫਸਰ ਬੈਠਦੇ ਸਨ ਜਿਹੜੇ ਕਹਿੰਦੇ ਜ਼ਿਲ੍ਹੇਦਾਰ ਪਟਵਾਰੀ, ਇੱਥੇ ਜ਼ਿਲ੍ਹੇਦਾਰ ਤੇ ਪਟਵਾਰੀ ਇਹ ਜਿਹੜੇ ਦਰਖਤ ਨੇ ਇਹ ਬੜੇ ਕਾਦਾਵਰ ਨੇ। ਇਹ ਗੋਰਾ ਜਿਹੜਾ ਕਿਤੇ ਵੀ ਬੰਗਲਾ ਵੇਖਿਆ ਉਹਦਾ ਵੇਖਿਆ ਗਿਆ ਤੇ ਇਹ ਦਰਖਤ ਬੜੇ ਜਿਹੜੇ ਆ ਬੜੇ ਇਹ ਕਿਹੜਾ ਤਕਰੀਬਨ ਸਿੰਬਲ ਦੇ ਨੇ ਤੇ ਇਹ ਵੀ 100 ਸਾਲ ਪੁਰਾਣੇ ਨੇ। ਇਹਨਾਂ ਨੂੰ ਚਾਹੀਦਾ ਹਕੂਮਤ ਨੂੰ ਨਿਲਾਮ ਕਰਕੇ ਨਾ ਹਾਂਜੀ ਗਵਰਨਮੈਂਟ ਦੇ ਖਜ਼ਾਨੇ 'ਚ ਪੈਸਾ ਜਮ੍ਹਾਂ ਕੀਤਾ ਜਾਵੇ, ਯਾਨੀ ਕਿ ਹਕੂਮਤ ਕਰਜ਼ੇ ਉਤਾਰੇ ਆਪਣੇ। ਹਾਂਜੀ ਤੇ ਜਿਹੜਾ ਕਰਜ਼ਾ ਚੜਿਆ ਹਰ ਬੰਗਲੇ 'ਚ ਦਰਖਤ ਹਾਂਜੀ ਔਰ ਖਰਾਬ ਹੋ ਰਿਹਾ। ਇਹ ਜਿਹੜਾ ਗੋਰਾ ਭਜਨ ਇਹ ਦਰਖਤ ਜਿਹੜੀ ਕਿ ਖੂਬਸੂਰਤ ਪੌਦੇ ਲਾ ਕੇ ਉਹ ਕਿਨਾਂ ਦਾ ਮਤਲਬ ਨਾ ਉਹ ਇੱਕ ਉਹਦਾ ਕਹਿਣ ਸੀ ਕਿ ਖੂਬਸੂਰਤੀ ਨਾਲ ਬਣਾਈ ਸੀ। ਬੰਗਲਾ ਐਸੇ ਐਵੇਂ ਨਹੀਂ ਕਹਿ ਦਿੰਦੇ ਆਪਾਂ ਕਿਤੇ ਬਣਾਈਏ ਤੇ ਕਹਿੰਦੇ ਬੰਗਲਾ, ਤਾਂ ਆਪਾਂ ਤਾਂ ਹਰ ਉਹਦੇ ਕੋਲ ਇੱਕ ਮੈਕੈਨਿਜ਼ਮ ਸੀ। ਉਹ ਜਦੋਂ ਬਣਾਉਂਦਾ ਸੀ ਦਰਖਤਾਂ ਦਾ ਬਹੁਤ ਜ਼ਿਆਦਾ ਇਜ਼ਾਫਾ ਕਰਦਾ ਸੀ। ਉਹ ਕਹਿੰਦਾ ਸੀ ਕਿ ਦਰਖਤ ਜ਼ਿਆਦਾ ਹੋਣਗੇ ਤੇ ਬਿਮਾਰੀਆਂ ਤੋਂ ਇਨਸਾਨ ਜਿਹੜਾ ਬਚਿਆ ਰਹੇਗਾ। ਇਹ ਬਾਤ ਦਰੁਸਤ, ਬਿਲਕੁਲ ਦਰੁਸਤ ਹੈ। ਲਓ ਜੀ ਹੁਣ ਤੁਹਾਨੂੰ ਜਿਹੜੇ ਅਫਸਰ ਰਹਿੰਦੇ ਸੀ ਜਾਂ ਇਹ ਜਿਹੜਾ ਆਪਣਾ ਇਸਤੇਮਾਲ ਕਰਦੇ ਸੀ ਇਮਾਰਤ ਨੂੰ, ਉਹਦਾ ਤੁਹਾਨੂੰ ਲੱਗਿਆ ਜ਼ਿਲ੍ਹੇਦਾਰ ਖੜਦੇ ਸੀ, ਜ਼ਿਲ੍ਹੇਦਾਰ ਤੇ ਪਟਵਾਰੀ ਅੱਛਾ ਅਮਲੇ ਇਹ ਜਿਹੜੀ ਕਿ ਕੰਮ ਕਰਦੇ ਸੀ, ਇੱਥੇ ਬਹਿੰਦੇ ਸੀ। ਜਿਹੜੀ ਕਿ ਜ਼ਿਲ੍ਹੇਦਾਰ ਆਪਣਾ ਵਰਕ ਕਰਦੇ ਸੀ, ਹੋਮਵਰਕ ਵਗੈਰਾ ਹੈ। ਹਾਂਜੀ ਸਾਰਾ ਜਿਹੜਾ ਲਓ ਨਾਜ਼ਰੀਨ ਇਹ ਸਾਰਾ ਜਿਹੜਾ ਉਦੋਂ ਦੀਆਂ ਇੱਟਾਂ ਆ ਦੇਖੋ, ਜਿਸ ਜਗ੍ਹਾ ਤੇ ਵੀ ਜਾਓਗੇ ਐਡੀ ਐਡੀ ਇੱਟ, ਪਤਾ ਨਹੀਂ ਕਿਹੜਾ ਇਹਨੂੰ ਮਸਾਲਾ ਲੱਗਾ ਹੋਇਆ। 100 ਸਾਲ ਤੋਂ ਜ਼ਿਆਦਾ ਕਦੀਮ ਯਾਨੀ ਕਿ ਇਹ ਇਮਾਰਤਾਂ ਨੇ, ਨਾ ਝੋਦੀਆਂ ਨੇ, ਨਾ ਇਹਦੇ ਦਰਵਾਜ਼ੇ, ਨਾ ਇਹਨਾਂ ਦੀਆਂ ਕੁੰਡੀਆਂ, ਕੋਈ ਚੀਜ਼ ਵੀ ਅੱਜ ਤੱਕ ਖਰਾਬ ਨਹੀਂ ਹੋਈ। ਖਰਾਬ ਹੋਇਆ
ਤੇ ਸਾਡੀਆਂ ਨੀਤਾਂ ਖਰਾਬ ਹੋਈਆਂ ਕਿ ਅਸੀਂ ਇਹਨੂੰ ਰੈਨੋਵੇਟ ਨਹੀਂ ਕੀਤਾ। ਉਸ ਤੋਂ ਬਾਅਦ ਇੰਨਾ ਰਕਬਾ ਹੈ ਇਹਦੇ ਉੱਤੇ, ਅਗਰ ਅਸੀਂ ਗਰੀਬ ਲੋਕ ਜਿਹੜੇ ਛੱਤ ਤੋਂ ਮਹਿਰੂਮ ਆ, ਅਗਰ ਉਹਨਾਂ ਨੂੰ ਜਗ੍ਹਾ ਦੇ ਦਿੱਤੀਆਂ ਜਾਂਦੀਆਂ, ਉਹ ਆਪਣਾ ਰਹਿ ਕੇ ਆਪਣੀਆਂ ਰਿਹਾਇਸ਼ਾਂ ਕਰਦੇ, ਮੁਲਾਜ਼ਮੀਨ ਦੇ ਵਿੱਚ ਇਜ਼ਾਫਾ ਕਰਦੇ, ਤਾਂ ਕਿ ਰੁਜ਼ਗਾਰ ਵੀ ਜ਼ਿਆਦਾ ਹੁੰਦਾ। ਰੁਜ਼ਗਾਰ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਆਬਾਦ ਹੁੰਦੀਆਂ, ਆਬਾਦ ਕਰਕੇ। ਅੱਛਾ ਭਾਈ ਨਾ, ਉਦੋਂ ਜਿਹੜਾ ਲੋਕ ਰਹਿੰਦੇ ਸੀ ਜਿਹਦੇ ਮੁਲਾਜ਼ਮੀ ਸਨ, ਮੁਸਲਮਾਨ ਸਨ ਜ਼ਿਆਦਾ, ਹਿੰਦੂ ਵੀ ਸਿੱਖ ਵੀ, ਲੇਕਿਨ ਮੁਸਲਮਾਨ ਸੀ। ਜਦੋਂ ਕਲੋਨੀਆਂ ਸਨ ਇਹ ਬਣਾਈਆਂ, ਤੇ ਇਹ ਮਸਜਿਦ ਉਦੋਂ ਦੀ? ਹਾਂਜੀ, ਤਕਰੀਬਨ ਅੰਗਰੇਜ਼ਾਂ ਤੋਂ ਬਾਅਦ ਬਣੀ ਮਸਜਿਦ ਜੀ, ਬਾਅਦ ਬਣੀ ਚਲੇ ਗਏ ਸੀ ਨਾ ਜੀ, ਉਸ ਤੋਂ ਬਾਅਦ ਮਸਜਿਦ ਬਣੀ। ਕਈ ਬੰਗਲਿਆਂ ਦੇ ਉੱਤੇ ਮਸਜਿਦ ਜਿਹੜੀ ਏ ਉਹਨਾਂ ਨੇ ਕਲੋਨੀਆਂ ਜਿਵੇਂ ਆਪਾਂ ਬਣਾ ਕੇ ਦਿੱਤੀਆਂ ਸੀ ਨਾ ਗੁਰਿਆਂ ਨੇ, ਰਹਿਸ਼ਾਂ ਸੀ ਅਫਸਰ, ਸਮਝ ਲਓ। ਹਾਂ, ਅਫਸਰ ਜ਼ਾਹਿਰ ਹੈ ਮੁਸਲਮਾਨ ਸਨ ਨਾ, ਹਾਂਜੀ ਮੁਸਲਮਾਨ ਸੀ। ਉਹ ਨਮਾਜ਼ ਨੂੰ ਵੀ ਪੜਨ ਵਾਸਤੇ ਛੋਟੀ ਜਿਹੀ ਮਸਜਿਦ ਬਣਾਉਂਦੇ। ਮੈਂ ਸਮਝਿਆ ਕਿ ਇਹ ਉਹ ਮਸਜਿਦ ਆ। ਬਾਅਦ ਬਣਾਈ ਸੀ, ਸ਼ਾਇਦ ਇਸ ਤੋਂ ਪਹਿਲੇ ਹੋਵੇ ਇੱਥੇ ਛੋਟੀ ਮਸਜਿਦ। ਜੀ ਇਹ ਦੁਬਾਰਾ ਸ਼ਹੀਦ ਹਾਂਜੀ, ਕਰਕੇ ਇਹ ਮਸਜਿਦ ਨਾਲ ਜੀ ਤੁਹਾਨੂੰ ਹੁਣ ਨਾਜ਼ਰੀਨ ਤਾਂ ਦਿਖਾਣੇ ਕਿ ਇਹ ਮਸਜਿਦ ਵੀ ਜਿਹੜੀ ਕਿ ਕਿਸੇ ਵੀ ਬੰਗਲੇ ਦੇ ਵਿੱਚ ਚਲੇ ਜਾਈਏ, ਰਹਿਸ਼ਾਂ ਦਿੱਤੀਆਂ ਸਨ ਨਾ, ਤੇ ਜ਼ਾਹਿਰ ਉੱਥੇ ਨਮਾਜ਼ ਪੜਨ ਵਾਲੇ ਅੱਲਾ ਲੋਕ ਵੀ ਬੰਦੇ ਹੈਗੇ ਸੀ, ਕਿਉਂਕਿ ਉਹਨਾਂ ਨੂੰ ਇਹ ਚੀਜ਼ ਦਾ ਪਤਾ ਸੀ। ਇਹ ਦੇਖੋ ਮੈਂ ਤੁਹਾਨੂੰ ਇੱਕ ਇਮਾਰਤ ਦੀ ਹੈ ਨਾ, ਥੋੜਾ ਜਿਹਾ ਉਹਦਾ ਦੱਸ ਵੀ ਹੈ ਨਾ, ਜਿਹੜੇ ਤਰਾਨੇ ਜੀ ਗਫਾਰ ਰਜ਼ੀਅੱਲਾਹੁ ਅਨਹੂ। ਇਹ ਦੇਖੋ ਜੀ, ਇਹ ਮੇਰੇ ਖਿਆਲ 1996 ਦੇ ਵਿੱਚ ਮੇਰੇ ਖਿਆਲ ਇਹ ਤਰਤੀ ਲੱਗੀ ਹੈ। ਪਤਾ ਨਹੀਂ ਸਰ, ਹੁਣ 95 ਹਿਜਰੀ ਲਿਖਿਆ ਜੀ। ਹਾਂਜੀ, ਇਹ ਨਾ ਜੀ ਬਹੁਤ ਪੁਰਾਣੀ ਹੈ ਜੀ, ਇਹ ਬਿਲਕੁਲ ਬਾਤ ਦਰੁਸਤ ਆ ਕਿ ਜਿਹੜੇ ਵੀ ਬੰਗਲੇ ਦੇ ਵਿੱਚ ਜਾਓ, ਹਾਂਜੀ ਜਿਹੜੇ ਵੀ ਬੰਗਲੇ 'ਚ ਜਾਓ, ਉਦੋਂ ਮੁਸਲਮਾਨ ਜਦੋਂ ਰਿਹਾਇਸ਼ਾਂ ਇਹਨਾਂ ਨੂੰ ਦਿੱਤੀਆਂ ਸੀ, ਇਹ ਬਕਾਇਦਾ ਕਲੋਨੀਆਂ ਸਨ, ਤੇ ਮਸਜਿਦ ਛੋਟੀ ਮੋਟੀ ਲਾਜ਼ਮੀ ਬਣਾ ਕੇ ਦਿੰਦੇ ਸੀ, ਕਿਉਂਕਿ ਉਦੋਂ ਵੀ ਮੁਸਲਮਾਨ ਆਪਣੇ ਅੱਲਾਹ ਪਾਕ ਦੇ ਘਰ ਦੇ ਵਿੱਚ ਆਪਣੀ ਇਬਾਦਤ ਕਰਦੇ ਸੀ। ਇਹ ਉਸੇ ਚੀਜ਼ ਦੀ ਕੜੀ ਹੈ ਕਿ ਇਹ ਮਸਜਿਦ ਜਿਹੜੀ ਹੈ ਇਹ ਇਸ ਨਜ਼ਰ ਆ ਰਹੀ ਹੈ। ਕਿਸੇ ਵੀ ਬੰਗਲੇ ਦੇ ਅਸੀਂ ਗਏ ਆ, ਉਹਨਾਂ ਨੇ ਰਿਹਾਇਸ਼ਾਂ ਦੇ ਨਾਲ ਨਾਲ ਮਸਜਿਦ ਜਿਹੜੀ ਛੋਟੀ ਜਿਹੀ ਲਾਜ਼ਮੀ ਬਣਾਈ। ਇਹਦੇ ਵਿੱਚ ਚੀਚਾ ਵਤਨੀ ਵੀ ਜਿਹੜੀ ਹੈ ਮਸਜਿਦ ਜਿਹੜੀ ਤੁਹਾਨੂੰ ਦਿਖਾਈ, ਆ ਜਿਹੜੀਆਂ ਰਿਹਾਇਸ਼ਾਂ ਨੇ ਜੀ, ਇਹ ਦਿਖਾਓ ਜੀ। ਇਹ ਨਾਜ਼ਰੀਨ ਤੁਸੀਂ ਰਿਹਾਇਸ਼ਾਂ ਦੇਖ ਰਹੇ ਹੋ, ਜਿਹੜੀਆਂ ਅਕਸਰ ਯਾਨੀ ਕਿ ਕਲੋਨੀਆਂ ਇਹਨਾਂ ਨੂੰ ਕਹਿੰਦੇ ਨੇ, ਉਹਨਾਂ ਨੇ ਇੱਕ ਮੈਕੈਨਿਜ਼ਮ ਇਹਨਾਂ ਨੂੰ ਬਣਾ ਕੇ ਦਿੱਤਾ ਸੀ। ਆਪਣੇ ਜਿਹੜੇ ਮਤਹਿਤ ਅਮਲਾ ਹੈ ਉਹਦੇ ਵਿੱਚ ਤਾਰਬਾਊ ਹੁੰਦਾ ਸੀ, ਉਹਦੇ ਵਿੱਚ ਇਹਨਾਂ ਦੇ ਡੀਐਫਓ ਸਾਹਿਬ ਹੁੰਦੇ, ਹੋਰ ਕਿਹੜੇ ਜ਼ਿਲ੍ਹੇਦਾਰ, ਓਵਰਸੀਅਰ, ਬੇਲਦਾਰ, ਮਾਲੀ, ਇਹਨਾਂ ਲੋਕਾਂ ਨੂੰ ਸਾਰੇ। ਅੱਛਾ, ਉਦੋਂ ਜਦੋਂ ਜਿਹੜਾ ਬੰਗਲੇ ਦੇ ਵਿੱਚ ਆਪਣਾ ਲਸ਼ਕਰ ਲੈ ਕੇ ਆਂਦਾ ਸੀ, ਇਰਦ ਗਿਰਦ ਕੱਚੀਆਂ ਸੜਕਾਂ ਹੁੰਦੀਆਂ ਸੀ, ਉਦੋਂ ਉਹ ਮਾਸ਼ਕੀ ਪਾਣੀ ਕਹਿੰਦੇ ਮਸ਼ਕਾਂ ਦੇ ਨਾਲ ਪਾਉਂਦੇ। ਹਾਂਜੀ, ਮਸ਼ਕਾਂ ਨਾਲ। ਇੱਥੇ ਖੂਹ ਹੁੰਦਾ ਸੀ ਜੀ, ਮਸਜਿਦ ਦੇ ਪਰਲੀ ਸਾਈਡ ਤੇ ਜੀ, ਇੱਥੇ ਹਾਂਜੀ, ਇਸ ਪਰਲੀ ਸਾਈਡ ਤੇ ਖੂਹ ਹੁੰਦਾ ਸੀ, ਪੁੱਲਾ ਪੁਰਾਣਾ। ਅੱਛਾ ਜੀ, ਬੋਕਿਆਂ ਨਾਲ ਪਾਣੀ ਕੱਢਦੇ? ਬੋਕਿਆਂ ਨਾਲ ਪਾਣੀ ਕੱਢਦੇ, ਜਿਵੇਂ ਉਹ ਜਿਹੜੇ ਐਡੇ ਬੋਕੇ ਹੁੰਦੇ ਸੀ, ਮਤਲਬ ਆਪਾਂ ਉਹੀ ਇਸਤੇਮਾਲ ਕਰਦੇ ਸੀ। ਅੱਛਾ ਜੀ, ਉਹ ਪਾਣੀ ਬਹੁਤ ਅੱਛਾ ਸੀ, ਠੰਡਾ ਪਾਣੀ ਹੁੰਦਾ ਸੀ ਜੀ, ਸਾਫ਼ ਸੁਥਰਾ ਹੁੰਦਾ ਸੀ। ਹਾਂਜੀ, ਤੇ ਉਹ ਪਾਣੀਆਂ ਦੇ ਨਾਲ ਹੀ ਮਸ਼ਕਾਂ ਦੇ ਨਾਲ ਪਾਣੀ ਲਾਣਾ, ਜਦੋਂ ਗੋਰੇ ਦਾ ਕਾਰਵਾਂ ਆਉਂਦਾ ਸੀ ਜਾਂ ਉਹਦਾ ਲਸ਼ਕਰ ਆਉਂਦਾ ਸੀ ਘੋੜਿਆਂ ਦੇ ਉੱਤੇ। ਤੇ ਇਹਦਾ ਇਹ ਜਿਹੜਾ ਨਾ ਜੀ, ਇਹ ਪੁਰਾਣਾ ਬੰਗਲਾ, ਇਹ ਜਿਹੜਾ ਆਪਣਾ ਬੰਗਲਾ ਹੈ, ਇਹ ਹਰ ਬੰਗਲੇ ਦੇ ਅੱਗੇ ਨਹਿਰ ਜ਼ਰੂਰ ਹੁੰਦੀ ਹੈ। ਤਕਰੀਬਨ ਹਰ ਨਹਿਰ ਦੇ ਨਜ਼ਦੀਕ ਹੀ ਬੰਗਲਾ ਬਣਾਇਆ ਉਹਨਾਂ ਨੇ। ਜੀ ਜੀ, ਇੱਥੋਂ ਕਿੰਨੀ ਕੁ ਦੂਰ ਹੈ ਨਹਿਰ? ਨਹਿਰ ਨਾਲ ਬਿਲਕੁਲ ਰੋਡ ਦੇ ਉੱਤੇ, ਰਕਬੇ ਦੇ ਨਾਲ ਹੀ, ਬੰਗਲੇ ਦੇ ਨਾਲ ਹੀ, ਬੰਗਲੇ ਦੇ ਨਾਲ ਹੀ। ਕਿਉਂਕਿ ਭਾਈਜਾਨ ਅਸੀਂ ਜਿਹੜਾ ਵੀ ਅਸੀਂ ਬੰਗਲੇ ਤੇ ਗਏ ਆ ਨਾ, ਇਹਦਾ ਪਾਣੀ ਦਿੱਤਾ ਹੋਇਆ ਉਹਨਾਂ ਨੇ। ਹਾਂਜੀ, ਯਾਨੀ ਕਿ ਜਿਹੜੇ ਵੀ ਗਏ ਆ ਨਹਿਰ ਦੇ ਉੱਤੇ, ਔਰ ਇਹ ਮੇਰਾ ਖਿਆਲ ਹੈ ਕਿ ਜ਼ਿਆਦਾਤਰ ਬੰਗਲਿਆਂ ਦੇ ਵਿੱਚ ਬਹਿ ਕੇ ਪਾਣੀ ਦਾ ਹੀ ਮੈਕੈਨਿਜ਼ਮ ਨੂੰ ਵਾਸ ਕਰਦਾ ਸੀ, ਪਾਣੀ ਦਾ ਮਸਲਾ ਹੱਲ ਕਰਦੇ ਸੀ। ਉਦੋਂ ਕਹਿੰਦੇ ਸੀ ਗਰੀਬ ਹੋਵੇ ਚਾਹੇ ਅਮੀਰ ਹੋਵੇ, ਹਮੇਸ਼ਾ ਜਿਹੜਾ ਗੋਰੇ ਨੇ ਕਿਸੇ ਚੀਜ਼ ਦੇ ਉੱਤੇ ਸਿਫਾਰਿਸ਼, ਰਿਸ਼ਵਤ, ਇਹਨੇ ਚੀਜ਼ ਤੇ ਕੰਪਰੋਮਾਈਜ਼ ਨਹੀਂ ਕੀਤਾ। ਪਾਣੀ ਇਨਸਾਫ ਨਾਲ ਮਿਲਦਾ ਸੀ, ਹਰ ਬੰਦੇ ਨੂੰ ਮਿਲਦਾ ਸੀ, ਔਰ ਹਰ ਮਸਕੀਨ ਨੂੰ ਮਿਲਦਾ ਸੀ, ਯਾਨੀ ਕਿ ਉਹਦਾ ਜਿੰਨਾ ਪਾਣੀ ਬਣਦਾ ਸੀ। ਅੱਜ ਜਿਹੜਾ ਹੈ ਮੇਰਾ ਖਿਆਲ ਹੈ ਸਿਫਾਰਿਸ਼ਾਂ, ਰਿਸ਼ਵਤ, ਬੜੀਆਂ ਚੀਜ਼ਾਂ ਸਾਡੇ ਵਿੱਚ ਆ ਗਈਆਂ ਨੇ। ਉਹ ਦੌਰ ਚੰਗਾ ਸੀ ਜਾਂ ਇਹ ਦੌਰ? ਦੌਰ ਤਾਂ ਉਹੀ ਅੱਛਾ ਸੀ ਪਹਿਲੇ, ਹੁਣ ਤਾਂ ਇਹਨਾਂ ਨੇ ਖਰਾਬ ਹੀ ਕੀਤਾ ਜਿੰਨਾ ਕੀਤਾ ਜੀ, ਕੁਛ ਹੁਕਮਰਾਨਾਂ ਨੇ, ਕੁਛ ਆਵਾਮ ਨੇ ਜੀ। ਮੇਰਾ ਖਿਆਲ ਹੈ ਕਿ ਜਿਹੜਾ ਇਹ ਬੰਗਲੇ, ਪਾਣੀ ਦਾ ਸਟਰਕਚਰ, ਆਬਪਾਸ਼ੀ ਦਾ ਨਿਜ਼ਾਮ, ਇਹ ਗੋਰਾ ਸਾਨੂੰ ਬਣਾ ਕੇ ਦੇ ਕੇ ਗਿਆ। ਅੱਜ ਵੀ ਅਸੀਂ ਉੱਥੇ ਹੀ ਖੜੇ, ਉਸੇ ਪਾਣੀ ਤੇ ਜਿਹੜਾ ਸਾਨੂੰ ਬਣਾ ਕੇ ਦੇ ਗਿਆ, ਉਸੇ ਪਾਣੀ ਤੇ ਖੜੇ ਆ, ਉਹੀ ਪਾਣੀ ਚੱਲ ਰਿਹਾ ਨੇ ਰੱਖਦੇ ਆ। ਉਸ ਤੋਂ ਬਾਅਦ ਗੋਰੇ ਨੇ ਕੁਛ ਇਹਨਾਂ ਨੇ ਮਨਜ਼ੂਰ ਕੀਤੇ ਆ ਜੀ, ਗੋਰੇ ਨੇ ਸਾਨੂੰ ਇੱਕ ਇਹ ਨਿਜ਼ਾਮ ਬਣਾ ਕੇ ਨਹੀਂ ਦਿੱਤਾ, ਸਾਨੂੰ ਗੋਰਾ ਹੀ ਸਾਨੂੰ ਆ ਜਿਹੜਾ ਰੇਲਵੇ ਦਾ ਨਿਜ਼ਾਮ ਬਣਾ ਕੇ ਗਿਆ। ਇਹ ਬਾਤ ਦਰੁਸਤ ਜੀ, ਬਿਲਕੁਲ। ਉਸੇ ਰੇਲਵੇ ਦੇ ਨਿਜ਼ਾਮ ਨੂੰ ਹੀ ਅੱਜ ਅਸੀਂ ਧੱਕਾ ਲਾ ਕੇ, ਧੱਕਾ ਸਟਾਰਟ ਕਰਕੇ ਚਲਾ ਰਹੇ ਹਾਂ, ਉਸੇ ਰੇਲਵੇ ਦੇ ਨਿਜ਼ਾਮ ਨੂੰ ਚਲਾ ਰਹੇ। ਡਾਕਖਾਨਾ ਨਿਜ਼ਾਮ ਜਿਹੜਾ ਹੈ, ਉਹਦਾ ਹੀ ਡਾਕਖਾਨਾ ਨਿਜ਼ਾਮ ਸੀ। ਇਹ ਬਾਤ ਦਰੁਸਤ ਹੈ ਕਿ ਅਗਰ ਮੈਂ
ਆਪਣੇ ਕੋਈ ਇਜ਼ਾਫੀ ਗਲਤ ਨਹੀਂ ਕਰ ਰਹੇ ਕਿ ਡਾਕਖਾਨੇ ਨਿਜ਼ਾਮ ਨੂੰ ਵੀ ਉਹਨੇ ਹੀ ਨਿਜ਼ਾਮ ਹੀ ਉਹਨਾਂ ਦਾ ਸੀ। ਲਾਂਚ ਕੀਤਾ ਸੀ। ਅੱਜ ਡਾਕਖਾਨਾ ਵੀ ਜੇਕਰ ਹੈ, ਇਹਦੇ ਤੇ ਵੀ ਸਾਡੀ ਗਵਰਨਮੈਂਟ ਦੀ ਕੋਈ ਨਿਗਾਹਦਾਸ਼ਤ ਨਹੀਂ ਹੈਗੀ ਕਿ ਇਹਨੂੰ ਹੀ ਡਿਲੀਵਰ ਕਰ ਲਵੇ। ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਜਿਹੜੇ ਸਟਰਕਚਰਾਂ ਦੇ ਉੱਤੇ ਸਾਡਾ ਗਵਰਨਮੈਂਟ ਦਾ ਕੋਈ ਅੱਜ ਜਿਹੜਾ ਹੈ ਬਿਲਕੁਲ ਜਿਹੜਾ ਅੱਗੇ ਨਹੀਂ ਹੈਗਾ ਕਿ ਇਹਨੂੰ ਰੈਨੋਵੇਟ ਕਰਕੇ ਇਹਨੂੰ ਅੱਗੇ ਜਿਹੜਾ ਹੈ ਡਿਲੀਵਰ ਕਰਕੇ ਤੇ ਆਸਾਨੀਆਂ ਪੈਦਾ ਕਰਕੇ ਗਰੀਬ ਦੇ ਬੱਚਿਆਂ ਵਾਸਤੇ ਕੋਈ ਨੌਕਰੀਆਂ ਪੈਦਾ ਕੀਤੀਆਂ ਜਾਣ। ਇੰਨੇ ਰਕਬੇ ਪਏ ਨੇ ਇਹਨਾਂ ਦੇ ਉੱਤੇ, ਅਗਰ ਗਰੀਬ ਆਦਮੀ ਦੇ ਬੱਚੇ ਇਹਨਾਂ ਨੂੰ ਭਰਤੀ ਕੀਤਾ ਜਾਵੇ, ਇਹਨਾਂ ਨੂੰ ਇਸੇ ਨਿਜ਼ਾਮ ਨੂੰ ਡਿਲੀਵਰ ਕੀਤਾ ਜਾਵੇ। ਇਹ ਰਿਹਾਇਸ਼ਾਂ ਦੇ ਵਿੱਚ ਅੱਜ ਕੁੱਤੇ ਭੌਂਕਦੇ ਨੇ, ਇਹਨਾਂ ਦੇ ਵਿੱਚ ਭੂਤ ਬੰਗਲੇ ਬਣ ਗਏ ਨੇ। ਇਹ ਭੂਤ ਬੰਗਲੇ ਕਦੀ ਵੀ ਨਾ ਬਣਨ ਅਗਰ ਇਹ ਇਨਸਾਨਾਂ ਨੂੰ ਦੇ ਦਿੱਤੇ ਜਾਣ। ਜਿੱਥੇ ਵੀ ਜਾਈਏ ਇਨਸਾਨ ਤੇ ਹਰ ਜਗ੍ਹਾ ਤੇ ਆ। ਛੱਤ ਤੋਂ ਅਸੀਂ ਉਹ ਲੋਕ ਮਹਿਰੂਮ ਵੀ ਦੇਖੇ ਆ ਜਿਨ੍ਹਾਂ ਕੋਲ ਛੱਤ ਕੋਈ ਨਹੀਂ। ਇਹ 100 ਸਾਲ ਤੋਂ ਜ਼ਿਆਦਾ ਪੁਰਾਣੀਆਂ ਬਿਲਡਿੰਗਾਂ ਪਈਆਂ ਨੇ। ਅਗਰ ਇਹਨਾਂ ਵਿੱਚ ਉਹ ਮੁਸਲਮਾਨ ਵੀ ਰਹਿ ਸਕਦੇ ਨੇ, ਲੇਕਿਨ ਸਾਡੇ ਕੋਲ ਸਟਰਕਚਰ ਕੋਈ ਨਹੀਂ, ਸਾਡੇ ਕੋਲ ਇਹ ਨਿਜ਼ਾਮ ਹੀ ਨਹੀਂ। ਸਾਡੀ ਇਸ ਪਾਸੇ ਤਵੱਜਾ ਹੀ ਗਵਰਨਮੈਂਟ ਦੀ ਨਹੀਂ ਹੈਗੀ ਕਿ ਨਿਜ਼ਾਮ ਜਿਹੜਾ ਹੈ ਇਸ ਤਰ੍ਹਾਂ ਵੀ ਕੀਤਾ ਜਾਂਦਾ ਹੈ। ਲਓ ਨਾਜ਼ਰੀਨ, ਤੁਹਾਨੂੰ ਹੁਣ ਆ ਥੋੜਾ ਜਿਹਾ ਦਿਖਾਈਏ ਜੀ। ਇਹ ਜਿਹੜੀਆਂ ਇਮਾਰਤਾਂ ਪੁਰਾਣੀਆਂ, ਮੇਰਾ ਕੈਮਰਾਮੈਨ ਦਿਖਾ ਰਿਹਾ, ਇਹ ਬਿਲਕੁਲ ਜਿਵੇਂ ਤੁਹਾਨੂੰ ਅਕਸਰ ਦਿਖਾਈਆਂ। ਉਹ ਦੇਖੋ ਹਾਂਜੀ, ਇਹ ਬਿਲਕੁਲ ਜਿਹੜੇ ਘੋੜੇ ਬੰਦੇ ਸੀ ਉਹਨਾਂ ਦਾ ਸਤੱਬਲ, ਭਾਜਨ ਕਹਿ ਰਹੇ ਸਤੱਬਲ ਵੀ ਹੁੰਦਾ ਸੀ। ਇਹ ਰੈਸ਼ਾਂ ਸੀ, ਤਾਰ ਬਾਊ। ਅੱਜ ਉੱਥੇ ਇਹ ਦੇਖੋ ਰੈਸ਼ਾਂ ਦੇ ਵਿੱਚ ਅੱਜ ਜਿਹੜੇ ਕੁੱਤੇ ਭੌਂਕਦੇ ਪਏ ਨੇ। ਉਕਾੜੇ ਨਵੀਆਂ ਰੈਸ਼ਾਂ ਬੜੀਆਂ ਨੇ, ਇੱਥੇ ਬਣੀਆਂ ਹਰ ਜਗ੍ਹਾ ਤੇ ਬਣਨੀਆਂ ਚਾਹੀਦੀਆਂ। ਦੇਖੋ ਇਹ ਬਹੁਤ ਪੁਰਾਣਾ ਵਿਰਸਾ ਹੈਗਾ। ਅਗਰ ਉਕਾੜੇ ਬਣਾ ਕੇ ਦੇ ਦਿੱਤੀਆਂ ਗਈਆਂ, ਇੱਥੇ ਵੀ ਬਹੁਤ ਰਕਬਾ ਪਿਆ, ਬਹੁਤ ਰਕਬਾ ਪਿਆ। ਅੱਧਾ ਤੁਸੀਂ ਮੁਰੱਬਾ ਕਹਿੰਦੇ ਹੋ ਬੰਗਲੇ ਤੇ ਜਿਹੜਾ ਹੈ ਮੁਹੀਤ ਹੈਗਾ। ਹਾਂਜੀ, ਇੰਨਾ ਜੋ ਰਕਬਾ ਪਿਆ, ਇਹ ਕਿਸੇ ਨੂੰ ਵਾਹੀ ਵਾਸਤੇ ਦੇਣਾ ਚਾਹੀਦਾ ਤਾਂ ਕਿ ਕੋਈ ਕਾਸ਼ਤਕਾਰੀ ਕਰੇ, ਤਾਂ ਕਿ ਜ਼ਮੀਨਾਂ ਪੰਜਰ ਕੇ ਆਪਣੇ ਖਰਚੇ ਪੂਰੇ ਕਰ ਰਹੀ, ਨਿਲਾਮ ਕਰਕੇ ਖਰਚੇ ਪੂਰੇ ਕਰ ਰਹੀ। ਦੇਖੋ ਜੀ, ਫਕਦਾਨ ਆ ਗਿਆ ਨਾਜ਼ਰੀਨ ਕਿ ਆਪਣਾ ਇਹਨਾਂ ਨੂੰ ਨਿਲਾਮ ਕਰਕੇ ਉਹਨਾਂ ਦੀਆਂ ਚੀਜ਼ਾਂ ਨੂੰ, ਵਿਰਸਿਆਂ ਨੂੰ ਇਹਨਾਂ ਨੇ ਆਪਣਾ, ਯਾਨੀ ਕਿ ਇਹ ਨਹੀਂ ਚੀਜ਼ਾਂ ਬਣਾਈਆਂ ਕਿ ਸਾਡੀ ਜਿਹੜੀ ਨਸਲ ਆਏਗੀ ਉਹ ਕਦੀ ਵੇਖੇਗੀ ਕਿ ਗੋਰਾ 110 ਸਾਲ ਸਾਡੇ ਤੇ ਰਾਜ ਕਰਕੇ ਗਿਆ। ਉਹਨਾਂ ਦੀਆਂ ਚੀਜ਼ਾਂ ਦੇਖੋ, ਇਹਨਾਂ ਦੇ ਮਟੀਰੀਅਲ ਨਾਕਸ। 6 ਮਹੀਨਿਆਂ ਬਾਅਦ ਰੋਡ ਜ਼ਮੀਨ ਬੋਸ ਹੋ ਜਾਂਦਾ। ਅੱਜ ਅਸੀਂ ਇਮਾਰਤਾਂ ਬਣਾਉਂਦੇ ਆ, ਇਹੋ ਜਿਹੇ ਨਾਕਸ ਮਟੀਰੀਅਲ ਸਾਨੂੰ ਮਿਲ ਰਹੇ ਨੇ। ਭੱਠੇ ਤੇ ਚਲੇ ਜਾਓ, ਉੱਥੇ ਬੇਈਮਾਨੀ। ਇੱਟ ਜਿਹੜੀ ਏ ਤੁਹਾਨੂੰ ਇਹੋ ਜਿਹੀ ਮਿਲੇਗੀ, ਸਾਲ ਬਾਅਦ ਸਾਡੀਆਂ ਨੀਹਾਂ ਬਹਿ ਜਾਂਦੀਆਂ। ਸੀਮੈਂਟ ਲੈਣ ਜਾਓ, ਇਹੋ ਜਿਹਾ ਨਾਕਸ ਮਟੀਰੀਅਲ ਮਿਲੇਗਾ, ਉਹ ਤੁਹਾਡੀਆਂ ਜਿਹੜੀਆਂ ਇਮਾਰਤਾਂ ਜ਼ਮੀਨ ਬੋਸ ਹੋ ਜਾਂਦੀਆਂ ਨੇ। ਲੇਕਿਨ ਗੋਰਾ 100 ਸਾਲ ਤੋਂ ਵੀ ਉੱਤੇ ਸਾਡੇ ਕਰਕੇ ਗਿਆ। ਐਡੀ ਇੱਟ ਜਿੰਦਾ ਵਜ਼ਨ 10 ਕਿਲੋ ਹੈਗਾ। ਇਸੇ ਤਰ੍ਹਾਂ ਹੀ 5 ਕਿਲੋ ਤੋਂ ਜ਼ਿਆਦਾ ਵਜ਼ਨ, 5 ਕਿਲੋ ਤੋਂ ਜ਼ਿਆਦਾ ਵਜ਼ਨ ਨਾ। ਮੈਂ ਇੱਕ ਇੱਟ ਦੇਖੀ, ਉਹਦਾ 10 ਕਿਲੋ, ਮਤਲਬ ਏਡੀ ਲੰਬੀ। ਉਹਨਾਂ ਨੇ ਆਪਣੇ ਜਾਨ ਦੀਆਂ ਬਣਾਈਆਂ, ਡਿਜ਼ਾਈਨ ਦੀਆਂ ਇੱਟਾਂ ਚਾਹੀਦੀ ਸੀ, ਜਿੱਥੇ ਉਹਨਾਂ ਨੂੰ ਚਾਹੀਦੀ ਹੁੰਦੀ ਸੀ। ਹਾਂਜੀ, ਉਸ ਹਿਸਾਬ ਦੀ ਇੱਟ ਬਣਾਉਂਦੇ ਸੀ ਉਹ। ਸਾਹਬ ਲਾਉਂਦੇ। ਕਹਿਣ ਦਾ ਮਕਸਦ ਇਹ ਕਿ ਉਹ ਚਲੇ ਗਏ, ਲੇਕਿਨ ਅੱਜ ਵੀ ਉਹਨਾਂ ਦੀਆਂ ਇਮਾਰਤਾਂ ਜਿਹੜੇ ਗਾਡਰ ਲੋਹੇ ਦੇ ਉਸੇ ਤਰ੍ਹਾਂ ਹੀ ਇਮਾਰਤਾਂ ਪਈਆਂ ਨੇ, ਔਰ ਉਹ ਲੋਕ ਚਲੇ ਗਏ ਨੇ। ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ, ਆ ਵੇਖੋ, ਤੁਹਾਨੂੰ ਸੱਜੇ ਵੀ ਨਜ਼ਰ ਆਉਣਗੀਆਂ ਤੇ ਖੱਬੇ ਵੀ ਨਜ਼ਰ ਆਉਣਗੀਆਂ। ਅੱਜ ਜਿਹੜਾ ਹੈ ਸਾਡੇ ਜਿਹੜਾ ਹੈ ਪੁੱਟ ਕੇ ਟਿੰਬਰ ਮਾਫੀਆ ਬਣਾਤਾ ਜੰਗਲਾਤ ਨੂੰ। ਉਹਨਾਂ ਦੇ ਦਰਖਤ ਲੱਗੇ ਹੋਏ ਏਡੇ ਕੱਦਾਵਰ ਨੇ ਕਿ ਇਹਨਾਂ ਥੱਲੇ ਬੰਦਾ ਬੈਠ ਜਾਵੇ, ਏਸੀ ਦੀ ਜ਼ਰੂਰਤ ਭਜਨ ਨਹੀਂ ਹੈਗੀ। ਆ ਦੇਖੋ ਨਾ, ਆ ਦਰਖਤਾਂ ਦੇ ਥੱਲੇ ਆਏ ਆ, ਇਹ ਅਹਿਸਾਸ ਖਤਮ ਹੋ ਗਿਆ ਕਿ ਇੰਨੀ ਜਿਹੜੀ ਏ ਗਰਮੀ ਨਹੀਂ ਹੈਗੀ। ਇਹਨਾਂ ਨੇ ਨਿਜ਼ਾਮ ਐਸਾ ਬਣਾਇਆ ਸੀ, ਇਰਦ ਗਿਰਦ ਨਹਿਰਾਂ ਸਨ, ਨਹਿਰਾਂ ਦੇ ਵਿੱਚ ਏਡੇ ਦਰਖਤ ਕੱਦਾਵਰ ਇਹਨਾਂ ਨੇ ਅਸਰ ਦਰਖਤ ਪਲੇ ਗਏ ਸਨ। ਹੋਰ ਕਿਹੜਾ ਹੈਗਾ, ਟਿੰਬਲ ਹੈਗਾ, ਅੰਬ ਹੈਗਾ ਜੀ, ਅੰਬ ਹਰ ਤਰ੍ਹਾਂ ਦਾ। ਏਡਾ ਇਹ 100 ਸਾਲ ਤੋਂ ਜ਼ਿਆਦਾ ਹੋ ਗਿਆ ਦਰਖਤ। ਹਾਂਜੀ, ਤਕਰੀਬਨ ਕੁਛ ਐਸੇ ਨਹੀਂ 100 ਸਾਲ ਤੋਂ ਜ਼ਿਆਦਾ ਨੇ। 100 ਸਾਲ ਤੋਂ ਜ਼ਿਆਦਾ। ਨਾਜ਼ਰੀਨ, ਤੁਸੀਂ ਸੁਣ ਰਹੇ ਹੋ, ਇਹ ਭਾਈਜਾਨ ਦਾ ਕਹਿਣਾ, ਕੋਈ ਮਕਾਮੀ ਬਸ਼ਿੰਦੇ ਨੇ, ਇਹਨਾਂ ਦਾ ਕਹਿਣਾ ਇਹ ਜਿਹੜੇ ਦਰਖਤ ਨੇ 100 ਸਾਲ ਤੋਂ ਜ਼ਿਆਦਾ ਹੋ ਗਏ, ਲੇਕਿਨ ਇਹਨਾਂ ਦੀ ਇਹ ਨਹੀਂ ਹੈਗੀ ਕਿ ਨਿਗਾਹਦਾਸ਼ਤ ਇਹਨਾਂ ਦੀ ਕੀਤੀ ਜਾਵੇ। ਗੌਰਮੈਂਟ ਇਹਦੇ ਬਾਰੇ ਕੋਈ ਪਾਲਿਸੀ ਬਣਾ ਲਵੇ। ਬਦਕਿਸਮਤੀ ਸਾਡੇ ਮੁਲਕ ਦੀ ਏ। ਸਾਡੇ ਵਿਰਸੇ ਪੁਰਾਣੇ ਜਿਹੜੇ ਨੇ ਅੰਗਰੇਜ਼ਾਂ ਦੇ ਖਤਮ ਹੁੰਦੇ ਜਾਂਦੇ ਨੇ। ਸਿੱਖ ਜਿਹੜੇ ਆਪਣੇ ਗੁਰਦੁਆਰੇ ਛੱਡ ਕੇ ਗਏ, ਅਸੀਂ ਉਹਨਾਂ ਦੇ ਅਸਾਸੇ ਨਹੀਂ ਬਚਾ ਸਕੇ, ਢਾਈ ਜਾਂਦੇ ਆ ਤੇ ਆਪਣੀਆਂ ਇਮਾਰਤਾਂ ਬਣਾਈ ਜਾਂਦੇ ਆ। ਹਿੰਦੂਆਂ ਦੇ ਅਸੀਂ, ਚਲੋ ਉਹ ਚਲੇ ਗਏ, 1947 ਦੇ ਵਿੱਚ ਬਟਵਾਰਾ ਹੋਇਆ, ਉਹ ਚਲੇ ਗਏ, ਲੇਕਿਨ ਇਹ ਚੀਜ਼ ਤੇ ਹੈ, ਉਹਨਾਂ ਦੀਆਂ ਯਾਦਾਂ ਸਾਡੀ ਨਸਲ ਜਿਹੜੀ ਸਟੱਡੀ ਕਰਦੀ। ਜਾਂ ਅੱਜ ਸਾਡਾ ਮਕਸਦ ਵੀ ਇਹੀ ਆ, ਤੁਹਾਨੂੰ ਅੱਜ ਅਸੀਂ ਦਿਖਾਣ ਆਏ ਆ ਬੰਗਲਾ ਉਕਾਂ ਵਾਲਾ, ਇਹੀ ਕਿ ਇੱਥੇ ਸਰ ਸਬਜ਼ ਦਾ ਬਹੁਤ ਜ਼ਿਆਦਾ ਸੀ। ਇਹਨੂੰ ਕਾਂ ਵਾਲਾ ਬੰਗਲਾ ਇਸੇ ਤੋਂ ਕਿਹਾ ਜਾਂਦਾ। ਤਹਿਸੀਲ ਚੀਚਾਵਤਨੀ ਦਾ ਇਹ ਜਿਹੜਾ ਬਹੁਤ ਖੂਬਸੂਰਤ ਬੰਗਲਾ ਹੈ, ਜਿੰਦੀਆਂ ਇਮਾਰਤਾਂ, ਜਿੰਦੇ ਦਰਖਤ
ਜਿੰਦੀ ਯਾਨੀ ਕਿ ਐਡਾ ਘਣੇ ਦਰਖਤ ਨੇ, ਤੁਸੀਂ ਦੇਖ ਕੇ ਹੈਰਾਨ ਹੋ ਜਾਓ। ਇੱਥੇ ਬੰਦਾ ਆ ਜਾਵੇ, ਬਿਜਲੀ ਦੀ ਜ਼ਰੂਰਤ ਨਹੀਂ ਹੈਗੀ, ਇਹਨਾਂ ਦਰਖਤਾਂ ਥੱਲੇ ਬੈਠ ਜਾਵੇ। ਔਰ ਯਾਨੀ ਕਿ ਨਹਿਰੀ ਨਿਜ਼ਾਮ ਜਿਹੜਾ ਭਾਜਨ ਇਸੇ ਤਰ੍ਹਾਂ ਹੀ ਨਹਿਰੀ ਨਿਜ਼ਾਮ ਜਿਹੜਾ ਇਰਦ ਗਿਰਦ ਇਹਦੇ ਬੰਗਲਿਆਂ ਦੇ ਨਾਲ ਹੁੰਦਾ ਸੀ। ਹਾਂਜੀ, ਬੰਗਲਿਆਂ ਦੇ ਨਾਲ ਹਰ ਬੰਗਲੇ ਦਾ ਨਹਿਰੀ ਨਿਜ਼ਾਮ ਹੈਗਾ ਜੀ ਆਪਣਾ। ਹਾਂਜੀ, ਯਾਨੀ ਕਿ ਉਹਨਾਂ ਨੇ ਨਿਜ਼ਾਮ ਐਸਾ ਬਣਾਇਆ ਸੀ, ਨਾਲ ਦਰਖਤ ਸੀ। ਬਿਮਾਰੀ ਤੇ ਫਿਰ ਜਿਹੜਾ ਬੰਦਾ ਸਵੇਰ ਉੱਠ ਕੇ ਇਹਨਾਂ ਸਾਈਡਾਂ ਤੇ ਦਰਖਤਾਂ ਤੇ ਸੈਰ ਤੁਰ ਕਰੇ, ਕਮ ਸੇ ਕਮ 25 ਮਿੰਟ 20 ਮਿੰਟ ਜਾਂ ਅੱਧਾ ਘੰਟਾ, ਉਹਦੇ ਅੰਦਰ ਬਿਮਾਰੀ ਤੇ ਰਹਿੰਦੀ ਨਹੀਂ, ਕਿਉਂਕਿ ਉਹਨੇ ਆਕਸੀਜਨ ਲੈਣੀ ਹੈ। ਆਕਸੀਜਨ ਅੰਦਰੋਂ ਜਦੋਂ ਖਾਰਜ ਹੋਣੀ ਹੈ ਬੰਦੇ ਦੀ, ਉਹ ਬਿਮਾਰੀਆਂ ਜਿਹੜੀਆਂ ਵੈਸੇ ਜਿਹੜੀਆਂ ਖਤਮ ਹੋ ਜਾਂਦੀਆਂ। ਲਓ ਨਾਜ਼ਰੀਨ, ਅੱਜ ਉਮੀਦ ਹੈ ਕਿ ਤੁਹਾਨੂੰ ਉਕਾਣਾ ਬੰਗਲਾ ਜਿਹੜਾ ਹੈ ਬਹੁਤ ਹੀ ਖੂਬਸੂਰਤ ਆ। ਯਕੀਨ ਕਰੋ, ਇਰਦ ਗਿਰਦ ਇਹ ਜਿਹੜੇ ਪਿਆਰੇ ਦਰਖਤ ਆ ਮੇਰੇ ਰਾਈਟ ਹੈਂਡ ਦੇ, ਇਹ ਦਰਖਤ ਦਿਖਾਵੇ, ਯਕੀਨ ਕਰੋ ਇਹੋ ਜੇ ਕਸ਼ਮੀਰ ਦੇ ਵਿੱਚ ਵੀ ਦਰਖਤ ਨਹੀਂ ਜੇ ਹੈਗੇ। ਇਹ ਜਿਹੜੇ ਕੱਦਾਵਰ ਬੰਗਲਿਆਂ ਤੋਂ ਇਲਾਵਾ ਮੈਂ ਕੋਈ ਵੀ ਜਿਹੜਾ ਹੈ ਦਰਖਤ ਨਹੀਂ ਜੇ ਦੇਖਿਆ। ਇਹ ਜਿਹੜੇ ਦਰਖਤ ਐਡੇ ਕੱਦਾਵਰ ਆ, ਦੇਖ ਕੇ ਯਕੀਨ ਕਰੋ ਇਹ ਤਬੀਅਤ ਖੁਸ਼ ਹੋ ਜਾਂਦੀ ਹੈ। ਨਾਜ਼ਰੀਨ, ਕੈਸਾ ਉਹ ਗੋਰਾ ਸੀ ਜਿਹਨੇ ਇੱਕ ਐਸਾ ਸਿਸਟਮ ਬਣਾਇਆ ਹੋਇਆ ਸੀ, ਆਪਣਾ ਕਿਸੇ ਚੀਜ਼ ਦੇ ਉੱਤੇ ਆਪਣਾ ਜੇ ਅਗਰ ਕੰਪਰੋਮਾਈਜ਼ ਨਹੀਂ ਕਰਦਾ, ਨਾ ਕੋਈ ਸਿਫਾਰਿਸ਼, ਨਾ ਕੋਈ ਕਿਸੇ ਮਟੀਰੀਅਲ ਤੇ ਸਿਫਾਰਿਸ਼। ਇਹ ਦੇਖੋ ਉਸੇ ਤਰ੍ਹਾਂ ਦੇ ਅੱਜ ਦਰਵਾਜ਼ੇ ਸਾਹਮਣੇ ਖੜੇ ਨੇ। ਗੋਰਾ 110 ਸਾਲ ਹੋ ਗਏ ਸਾਡੇ ਤੋਂ ਚਲਾ ਗਿਆ, ਲੇਕਿਨ ਉਹਦੇ ਹੱਥ ਦੀਆਂ ਚੀਜ਼ਾਂ, ਉਹਨਾਂ ਦੇ ਉਦੋਂ ਦੇ ਵਕਤਾਂ ਦੇ ਮਟੀਰੀਅਲ ਅੱਜ ਵੀ ਕਾਇਮ ਦੈਮ ਹੈ। ਨਾ ਉਹ ਬੰਦੇ ਰਹੇ, ਨਾ ਅੱਜ ਉਹ ਚੀਜ਼ਾਂ ਰਹਿ ਗਈਆਂ ਜਿਹੜੀਆਂ ਉਹੋ ਜਿਹੀਆਂ ਸੁੱਚਲ ਹੋਣ। ਸੁੱਚਲ ਚੀਜ਼ਾਂ ਉਹਨਾਂ ਨੇ ਬਣਾਈਆਂ, ਸੁੱਚਲ ਚੀਜ਼ਾਂ ਬਣਾ ਕੇ ਚਲੇ ਗਏ। ਇਹ ਦੇਖੋ ਇਦਾਂ ਹੀ ਜਿਹੜਾ ਇਹ ਭਾਈ ਜਿਹੜਾ ਜਿਹੜੇ ਕੱਚੀਆਂ ਜਿਹੜੀਆਂ ਸੜਕਾਂ ਹੁੰਦੀਆਂ ਸੀ, ਕੱਚੀਆਂ ਸੜਕਾਂ ਤੋਂ ਇਦਾਂ ਅੰਦਰ ਨੂੰ ਦਾਖਲ ਹੁੰਦੇ ਸੀ ਉਹਨਾਂ ਦੇ ਕਾਰਵਾਂ ਜਿਹੜੀਆਂ ਜਾਂ ਲਸ਼ਕਰ ਕੋਰਿਆਂ ਦੇ, ਬਿਲਕੁਲ ਇਦਾਂ ਹੀ ਸੀ। ਹਾਂਜੀ, ਸੜਕ ਦੋਵਾਂ ਸਾਈਡਾਂ ਤੇ ਦਰਖਤ ਲੱਗੇ ਹੁੰਦੇ ਸੀ, ਦਰਮਿਆਨ ਸੜਕ ਹੁੰਦੀ ਸੀ। ਸੜਕ ਹੁੰਦੀ, ਸਾਈਡਾਂ ਤੇ ਕਿਆਰੀਆਂ ਕੁਰੀਆਂ ਵੀ ਫੁੱਲਾਂ ਦੀਆਂ ਬਣਾ ਦਿੱਤੀਆਂ ਜਾਂਦੀਆਂ ਸੀ। ਤਕਰੀਬਨ ਹਰ ਕਿਸਮ ਦੇ ਫੁੱਲ ਹੁੰਦੇ ਸੀ ਉਦੋਂ। ਹਰ ਤਰ੍ਹਾਂ ਗੋਰਾ ਖੁਸ਼ ਹੋ ਜਾਂਦਾ ਸੀ ਦੇਖ ਕੇ, ਜਿਵੇਂ ਕਿ ਮਾਸ਼ਕੀਆਂ ਨੇ ਜਿਹੜੇ ਪਾਣੀ ਪਾਣ ਵਾਲੇ ਨੇ, ਪਾਣੀ ਤਰੌਂਕਾ ਲਾਉਂਦੇ ਸੀ ਜਦੋਂ ਜੀ। ਗੋਰਾ ਜਦੋਂ ਆਣਾ ਉਦੋਂ ਬਕਾਇਦਾ ਜਦੋਂ ਕੋਈ ਬੰਦਾ ਸਫਾਈ ਨਹੀਂ ਕਰਦਾ ਬੰਗਲਿਆਂ 'ਚ, ਬਿਲਕੁਲ ਕਿਉਂਕਿ ਫਿਰ ਸਫਾਈ ਜਦੋਂ ਗੋਰਾ ਚਲਾ ਗਿਆ ਉਹਦਾ ਨਿਜ਼ਾਮ ਸੀ, ਫਿਰ ਸਫਾਈ ਹਰ ਬੰਦਾ ਇੱਥੇ ਰਹਿੰਦਾ ਸੀ, ਹਰ ਅਫਸਰ ਰਹਿੰਦਾ ਸੀ, ਹਰ ਬੇਲਦਾਰ ਰਹਿੰਦਾ ਸੀ ਇੱਥੇ ਜੀ, ਰੋਜ਼ਾਨਾ ਸਫਾਈ ਕਰਦੇ ਸੀ। ਸਫਾਈ ਕਰਦੇ ਸੀ। ਉਹਨਾਂ ਨੂੰ ਇਹ ਪਤਾ ਸੀ ਕਿ ਸਾਡਾ ਮਹੀਨਾ ਹੋ ਜਾਂਦਾ ਅਫਸਰ ਹੀ ਨਹੀਂ ਵੜਦੇ। ਨਹੀਂ, ਉਹਨਾਂ ਨੂੰ ਇਹ ਪਤਾ ਹੁੰਦਾ ਸੀ ਕਿ ਸਾਡਾ ਅਫਸਰ ਕਿਸੇ ਟਾਈਮ ਵੀ ਆ ਜਾਣਾ। ਆਹੋ, ਗੋਰਾ ਤੇ ਗੋਰਾ ਸਖਤ ਮਿਜ਼ਾਜ ਦਾ ਵੀ ਬੜਾ ਸੀ, ਆਪਣੀ ਕਿਸੇ ਚੀਜ਼ ਤੇ ਕੰਪਰੋਮਾਈਜ਼ ਨਹੀਂ ਸੀ ਕਰਦਾ। ਯਾਨੀ ਕਿ ਉਦੋਂ ਦੀ ਜਿਹੜੀ ਤਾਰੀਖ ਸਾਡੀ ਅਸੀਂ ਸਟੱਡੀ ਕੀਤੀ ਹੈ, ਗੋਰਾ ਜਿਹੜਾ ਹੈ ਆਪਣੇ ਛੋਟੇ ਤੋਂ ਬੇਲਦਾਰ ਤੋਂ ਲੈ ਕੇ ਹਰ ਮੁਲਾਜ਼ਮ ਦੀ ਗੱਲ ਵੀ ਸੁਣਦਾ ਸੀ। ਉਹਨਾਂ ਨੂੰ ਬਕਾਇਦਾ ਸਟਰਕਚਰ ਦੇਖੋ ਨਾ, ਰੈਸ਼ਾਂ ਬਣਾ ਕੇ ਦਿੱਤੀਆਂ ਸੀ, ਰੈਸ਼ਾਂ ਬਣਾ ਕੇ ਉਹਦੀ ਗੱਲ, ਉਹਦੀ ਬਾਤ, ਉਹਨਾਂ ਦੀ ਫੈਮਲੀਆਂ ਵੀ ਲੈਂਦੀਆਂ ਸੀ, ਉਹਨਾਂ ਨੂੰ ਹਰ ਤਰੀਕੇ ਨਾਲ ਕਾਮੋਡੇਟ ਕਰਦਾ ਸੀ, ਉਹਨਾਂ ਦੀ ਗੱਲ ਵੀ ਸੁਣਦਾ ਸੀ। ਲਓ ਨਾਜ਼ਰੀਨ, ਮੇਰਾ ਹੁਣ ਕੈਮਰਾਮੈਨ ਬੈਕ ਸਾਈਡ ਤੇ ਆ ਤੁਹਾਨੂੰ ਦਿਖਾ ਰਿਹਾ ਜੀ, ਕੈਮਰੇ ਆਦਾ ਕੈਮਰਾਮੈਨ, ਇਹ ਦੇਖੋ ਦਰਖਤ ਦੀ ਮੋਟਾਈ, ਦਰਖਤਾਂ ਦਾ ਮੋਟਾਪਾ ਐਡਾ ਐਡਾ ਮੋਟਾ ਹੈ, ਤੁਸੀਂ ਦੇਖ ਕੇ ਹੈਰਾਨ। ਇਧਰੋਂ ਜਾਣੀ ਕਿ ਕਾਰਵਾਂ ਲਸ਼ਕਰ ਆਉਂਦੇ ਸੀ ਤੇ ਆਪਣਾ ਰੈਸਟ ਹਾਊਸ ਦੇ ਅੰਦਰ ਦਾਖਲ ਹੋ ਜਾਂਦੇ। ਅਫਸੋਸ ਦਰ ਅਫਸੋਸ ਇਹ ਕੀਤਾ ਜਾਂਦਾ ਹੈ ਕਿ ਅਸੀਂ ਜਿਹੜੀਆਂ ਹਕੂਮਤਾਂ ਆਈਆਂ, ਉਹਨਾਂ ਨੇ ਆਪਣਾ ਇਹਨਾਂ ਹਕੂਮਤਾਂ ਨੇ ਆਪਣਾ ਕੋਈ ਨਿਜ਼ਾਮ ਨਹੀਂ ਬਣਾਇਆ। ਉਹਦਾ ਨਹਿਰੀ ਨਿਜ਼ਾਮ ਅੱਜ ਉਸੇ ਨਿਜ਼ਾਮ ਦੇ ਉੱਤੇ ਹੀ ਅਸੀਂ ਚੱਲ ਰਹੇ ਹਾਂ। ਅਸੀਂ ਖਾਲਾ ਵੀ ਨਹੀਂ ਬਣਾ ਸਕੇ। ਉਸ ਤੋਂ ਬਾਅਦ ਰੇਲਵੇ ਦਾ ਨਿਜ਼ਾਮ, ਅਸੀਂ ਜੇ ਅਗਰ ਟ੍ਰੇਨਾਂ ਹੈ ਉਹਨਾਂ ਦੇ ਉੱਤੇ ਨਵੀਆਂ ਟ੍ਰੇਨਾਂ ਪਰ ਵਕਤ ਜਿਹੜੀਆਂ ਪਹੁੰਚ ਸਕਣ ਉਹ ਨਾ ਬਣਾ ਸਕੇ। ਉਹੀ ਪੁਰਾਣੇ ਡੱਬੇ, ਉਹੀ ਪੁਰਾਣੀਆਂ ਚੀਜ਼ਾਂ, ਉਹਨਾਂ ਨੂੰ ਧੱਕਾਸ਼ਾਹੀ ਕੀਤੀ ਹੋਈ ਹੈ। ਬਸੀਦਾ ਨਿਜ਼ਾਮ ਨੂੰ ਲੈ ਕੇ ਚੱਲਣੇ ਆ। ਇੱਕ ਜਿਹੜਾ ਹੈ ਉਸ ਤੋਂ ਬਾਅਦ ਬਿਜਲੀ ਵਾਲੀਆਂ ਜੇ ਟ੍ਰੇਨਾਂ ਬਣਾ ਦਿੱਤੀਆਂ ਸੀ, ਸਫ਼ਰ ਵੀ ਆਸਾਨ ਸੀ। ਉਸ ਤੋਂ ਬਾਅਦ ਅਗਰ ਜਗ੍ਹਾ ਹੈ ਸੀ, ਕਿਰਾਇਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਬਚਤ ਸੀ। ਲੋਕ ਰੇਲਵੇ ਨੂੰ ਪਸੰਦ ਕਰਦੇ ਸਨ। ਉਹ ਨਿਜ਼ਾਮ ਗੋਰੇ ਦਾ ਹੀ ਸੀ, ਰੇਲਵੇ ਤੇ ਜਾ ਕੇ ਸਫ਼ਰ ਕਰਕੇ ਕਮ ਪੈਸਿਆਂ ਤੇ ਆ ਜਾਂਦੇ ਸੀ। ਅੱਜ ਜਿਹੜੀਆਂ ਨੇ ਏਸੀ ਗੱਡੀਆਂ ਜਿਹੜੀਆਂ ਲੋਕਾਂ ਨੇ, ਵਜ਼ੀਰਾਂ ਤੇ ਸਫੀਰਾਂ ਨੇ ਬਣਾ ਲਈਆਂ, ਉਹ ਸਿਰਫ ਰੇਲਵੇ ਦੇ ਸਟਰਕਚਰ ਨੂੰ ਤਬਾਹ ਬਰਬਾਦ ਕਰਕੇ ਰੱਖ ਦਿੱਤਾ। ਇਹ ਦੇਖੋ ਕਿੰਨੀ ਮੋਟਾਈ ਜਿਹੜੀ ਹੈ ਇਸ ਟਾਈਮ, ਇਹ ਜਿਹੜਾ 100 ਸਾਲ ਤੋਂ ਵੀ ਜ਼ਿਆਦਾ ਇਹ ਦਰਖਤ ਤੇ ਤੁਹਾਨੂੰ ਜਿਹੜਾ ਮੇਰਾ ਕੈਮਰਾਮੈਨ ਦਿਖਾ ਰਿਹਾ। ਉਸ ਤੋਂ ਬਾਅਦ ਜਿੱਧਰੋਂ ਇਹ ਸਾਈਡ ਤੋਂ ਕਾਰਵਾਂ ਆਉਂਦੇ ਸਨ ਅੰਗਰੇਜ਼ ਦੇ, ਤੇ ਇਹ ਸਾਈਡ ਤੋਂ ਇਹ ਕੱਚੀ ਸੜਕ ਅੰਦਰ ਨੂੰ ਦਾਖਲ ਹੋ ਜਾਂਦੇ। ਇਹਦੇ ਫਰੰਟ ਤੇ ਨਾਜ਼ਰੀਨ ਜਿਹੜੀ ਨਹਿਰ ਹੈ, ਹਰ ਬੰਗਲੇ ਦੇ ਉੱਤੇ ਨਹਿਰ ਦਾ ਨਿਜ਼ਾਮ ਗੋਰੇ ਨੇ ਜ਼ਰੂਰ ਬਣਾਇਆ ਸੀ। ਔਰ ਸਭ ਤੋਂ ਮੇਨ ਚੀਜ਼ ਹੈ, ਮੈਨੂੰ ਉਹਦਾ ਇਹ ਚੀਜ਼ ਬਹੁਤ ਅੱਛੀ ਲੱਗੀ ਹੈ, ਗੋਰਾ ਜੈਸਾ ਵੀ ਸੀ ਆਪਣੇ ਜਿਹੜਾ ਮਤਹਿਤ ਅਮਲੇ ਦੀ ਬੇਹੱਦ ਕਦਰ ਕਰਦਾ ਸੀ, ਆਪਣੇ ਮੁਲਾਜ਼ਮ ਦੀ ਕਦਰ ਕਰਦਾ ਸੀ। ਬੇਲਦਾਰ ਤੋਂ ਲੈ ਕੇ ਉਦੋਂ ਦੇ ਮਾਸ਼ਕੀ ਤੱਕ ਦੀ ਜਿਹੜੀ ਬੰਦੇ ਦੀ ਗੱਲ ਸੁਣਦਾ ਸੀ, ਸੁਣ ਕੇ ਤੇ ਮੈਰਿਟ ਤੇ
ਫੈਸਲੇ ਕਰਦਾ ਸੀ। ਇਸੇ ਤਰ੍ਹਾਂ ਹੀ ਭਾਈ ਹਾਂਜੀ ਇਸੇ ਤਰ੍ਹਾਂ ਹੀ ਇਹ ਜਿਹੜਾ ਬੰਗਲਾ ਜਿਹੜਾ ਹੈ ਤਕਰੀਬਨ ਇਹਨੂੰ ਇਹ ਗੱਲਬਾਤ ਜਿਹੜਾ ਚਿੱਚਾਪਤੀ ਦਾ ਇਹ ਜਿਹੜਾ ਹੈਡ ਹੈ ਉੱਤੇ ਕਮ ਸੇ ਕਮ 1906 ਦਾ ਹਾਂਜੀ ਇਹ ਵੀ 5 ਜਾਂ 6 ਦਾ ਹੀ ਹਾਂਜੀ ਇਹ ਵੀ ਉਦੋਂ ਦੇ ਬਣੇ ਨੇ ਉਦੋਂ ਦਾ ਹੀ ਹਾਂਜੀ ਇੱਕ ਟਾਈਮ ਦੇ ਵਿੱਚ ਹੀ ਉਦੋਂ ਦੇ ਹਾਂਜੀ ਇਹ ਬੰਗਲੇ ਬਣੇ ਹੋਏ ਹਾਂਜੀ ਔਰ ਨਿਜ਼ਾਮ ਉਹਦਾ ਇੱਕ ਹੀ ਹੈ। ਆ ਦੇਖੋ ਬੈਕ ਸਾਈਡ ਆਪਾਂ ਦਿਖਾਈ ਹਾਂਜੀ। ਉੱਥੇ ਕਿਚਨ ਹਰ ਬੰਗਲੇ 'ਚ ਉਹੀ ਡਿਜ਼ਾਈਨ ਬਣਿਆ ਉਹੀ ਇਮਾਰਤਾਂ ਬਣੀਆਂ ਨੇ ਇੱਕ ਡਿਜ਼ਾਈਨ ਤੇ ਸਾਰੀਆਂ ਇੱਕ ਡਿਜ਼ਾਈਨ ਦੇ ਉੱਤੇ ਹਾਂਜੀ ਜਿਹੜੀ ਕਿ ਜਿੰਨੇ ਵੀ ਬੰਗਲੇ ਅਗਰ ਨਾਈ ਵਾਲਾ ਬੰਗਲਾ ਹੈ ਹਾਂਜੀ ਸ਼ੇਰ ਵਾਲਾ ਬੰਗਲਾ ਹੈ ਤ੍ਰਿਖਣੀ ਬੰਗਲਾ ਹੈ ਉਸ ਤੋਂ ਬਾਅਦ ਆਕੜਾ ਵਾਲਾ ਬੰਗਲਾ ਹੈ ਹਾਂਜੀ। ਉਸ ਤੋਂ ਬਾਅਦ ਜਿਹੜਾ ਵੀ ਕੋਈ ਬੰਗਲਾ ਹੈ ਇੱਕੋ ਡਿਜ਼ਾਈਨ ਇੱਕੋ ਡਿਜ਼ਾਈਨਿੰਗ ਯਾਨੀ ਕਿ ਉਹਦੀ ਇਮਾਰਤ ਦੇ ਵਿੱਚ ਡਿਜ਼ਾਈਨਿੰਗ ਦੇ ਵਿੱਚ ਕੋਈ ਉਹਨੇ ਫਰਕ ਨਹੀਂ ਲੈ ਕੇ ਆਂਦਾ ਸਟਰਕਚਰ ਉਸੇ ਤਰ੍ਹਾਂ ਹੀ ਪਈਆਂ ਜੇ ਅਗਰ ਉਹਨੇ ਬਣਾ ਕੇ ਦਿੱਤੀਆਂ ਤੇ ਸੇਮ ਉਦਾਂ ਦੇ ਘਰ ਸੇਮ ਸੇਮ ਜੀ ਉਦੋਂ ਮੇਰਾ ਖਿਆਲ ਬਿਜਲੀ ਵਗੈਰਾ ਤਾਂ ਕੋਈ ਨਹੀਂ ਸੀ ਹੁੰਦੀ ਬਿਜਲੀ ਦਾ ਕੋਈ ਨਿਜ਼ਾਮ ਨਹੀਂ ਸੀ ਉਦੋਂ ਬਿਜਲੀ ਤੇ ਪਹੁੰਚ ਨਾ ਲੇਕਿਨ ਉਦੋਂ ਕਨਸੈਪਟ ਹੀ ਕੋਈ ਨਹੀਂ ਸੀ ਹੁੰਦਾ ਕਿ ਯਾਨੀ ਕਿ ਗਰਮੀ ਦਾ ਦਰਖਤੋਂ ਨੇ ਬੰਗਲਿਆਂ ਦੇ ਵਿੱਚ ਦਰਖਤੋਂ ਨੇ ਇੰਨੇ ਲਾ ਦਿੱਤੇ ਸਨ। ਜ਼ਿਆਦਾ ਇਸ ਬੰਗਲੇ ਆਪਾਂ ਹੁਣ ਜਿਹੜਾ ਖੜੇ ਆ ਹਾਲਾਂਕਿ ਗਰਮੀ ਬਹੁਤ ਜ਼ਿਆਦਾ ਹੈ ਹਾਂਜੀ। ਹੀਟ ਹੈ ਲੇਕਿਨ ਆਪਾਂ ਇਹਨਾਂ ਦਰਖਤਾਂ ਥੱਲੇ ਜਦੋਂ ਖੜੇ ਆ ਆਪਾਂ ਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਗਰਮੀ ਦਾ ਹਾਂਜੀ। ਕੋਈ ਕਨਸੈਪਟ ਹੈਗਾ। ਜਦੋਂ ਬਾਹਰ ਜਾਂਦੇ ਆ ਉਦੋਂ ਜਿਹੜਾ ਹੈ ਗਰਮੀ ਮਹਿਸੂਸ ਹੀ ਏਡੇ ਏਡੇ ਕੱਦਾਵਰ ਦਰਖਤਾਂ ਦੇ ਵਿੱਚ ਗਰਮੀ ਕੀ ਲੱਗਣੀ ਦਰਖਤਾਂ ਥੱਲੇ ਬਹਿਣ ਨਾਲ ਹੀ ਠੰਡ ਲੱਗਦੀ ਬੰਦੇ ਨੂੰ ਜਿਹੜੀ ਕਿ ਰਾਤ ਨੂੰ ਤੁਸੀਂ ਠੰਡਕ ਮਹਿਸੂਸ ਕਰਦੇ ਹੋ ਹਾਂਜੀ ਤੇ ਅਸੀਂ ਬਿਜਲੀਆਂ ਦੇ ਨਾਲ ਠੰਡਕ ਨਹੀਂ ਮਹਿਸੂਸ ਕਰਦੇ ਤੇ ਤੁਸੀਂ ਖੁਸ਼ਕਿਸਮਤ ਲੋਕ ਲੋ ਨਾਜ਼ਰੀਨ ਅੱਜ ਮੈਨੂੰ ਉਮੀਦ ਹੈ ਕਿ ਤੁਹਾਨੂੰ ਔਕਾਣਾ ਬੰਗਲਾ ਵੀ ਅਸੀਂ ਦਿਖਾਤਾ ਕਿ ਬੜਾ ਹੀ ਚੰਗਾ ਲੱਗਾ ਗਏਗਾ। ਅਗਰ ਤੁਹਾਨੂੰ ਅੱਛਾ ਲੱਗਾ ਹੋਵੇ ਤੇ ਸਾਨੂੰ ਕਮੈਂਟਸਾਂ ਦੇ ਵਿੱਚ ਜ਼ਰੂਰ ਦੱਸਿਆ ਦੇ। ਅਸੀਂ ਤੁਹਾਨੂੰ ਪੁਰਾਣੇ ਤੋਂ ਪੁਰਾਣਾ ਵਿਰਸਾ ਹੋਰ ਵੀ ਕੋਈ ਹੋਏਗਾ ਸ਼ਹਿਰੋਂ ਬਾਹਰ ਕਿਸੇ ਜਗ੍ਹਾ ਦੇ ਵਿੱਚ ਪੰਜਾਬ ਦੇ ਹੋਰ ਸ਼ਹਿਰ ਉੱਥੇ ਹੁਣ ਤੁਹਾਨੂੰ ਲੈ ਕੇ ਜਾ ਰਹੇ ਹਾਂ ਇਨਸ਼ਾਅੱਲਾ। ਰਣਜੀਤ ਸਿੰਘ ਦੇ ਬੰਗਲੇ ਰਣਜੀਤ ਸਿੰਘ ਦੇ ਜਿਹੜੀਆਂ ਚੀਜ਼ਾਂ ਬਣੀਆਂ ਉਹ ਵੀ ਤੁਹਾਨੂੰ ਦਿਖਾਣੇ ਆ। ਜਿੱਥੇ ਹੋਵੇ ਮੰਦਿਰ ਉੱਥੇ ਵੀ ਜਾਂਦੇ ਆ, ਜਿੱਥੇ ਹੋਵੇ ਗੁਰਦੁਆਰਾ ਅਸੀਂ ਉੱਥੇ ਵੀ ਜਾਂਦੇ ਆ, ਜਿੱਥੇ ਅੱਜ ਕੋਈ ਵੀ ਇਮਾਰਤ ਹੋਏਗੀ ਅਸੀਂ ਉੱਥੇ ਜ਼ਰੂਰ ਤੁਹਾਨੂੰ ਦਿਖਾਣੇ ਆ। ਤੁਹਾਡੀ ਸਿਰਫ ਔਰ ਸਿਰਫ ਕਮੈਂਟਸਾਂ ਦੇ ਵਿੱਚ ਸਾਨੂੰ ਜਿਹੜੀ ਇਹ ਚੀਜ਼ ਚਾਹੀਦੀ ਹੈ ਕਿ ਤੁਹਾਨੂੰ ਕਿਵੇਂ ਲੱਗਦੇ ਆ। ਹਮੇਸ਼ਾ ਦੀ ਤਰ੍ਹਾਂ ਆਪਣਾ ਖਿਆਲ ਰੱਖਣਾ। ਪਾਕਿਸਤਾਨ ਜ਼ਿੰਦਾਬਾਦ।